ਹੈਲੋ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੈਥ ਦਾ ਟੌਪਿਕ ਕਰਾਂਗੇ, ਜਿਸ ਦਾ ਨਾਮ ਹੈ ਨੰਬਰ ਸਿਸਟਮ। ਨੰਬਰ ਸਿਸਟਮ ਦੇ ਬਾਰੇ ਕੀ ਹੈ ਆਪਾਂ ਡਿਸਕਸ ਕਰਾਂਗੇ ਅੱਜ, ਜਿਸ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ, ਸੰਖਿਆ ਪ੍ਰਣਾਲੀ। ਠੀਕ ਹੈ, ਇਹ ਚੈਪਟਰ ਜੋ ਹੈ ਪੂਰਾ ਇਸ ਵੀਡੀਓ ਦੇ ਵਿੱਚ ਕਵਰ ਕੀਤਾ ਜਾਏਗਾ। ਅਗਰ ਤੁਸੀਂ ETD ਪੇਪਰ ਦੋ ਜੋ 6635 ਵੈਕੈਂਸੀਆਂ ਆਈਆਂ ਹੋਈਆਂ ਨੇ ਉਸ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ। ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਨੂੰ। ਇਹ ਚੈਪਟਰ ਜੋ ਹੈ ਪੂਰਾ ਇਸ ਵੀਡੀਓ ਦੇ ਵਿੱਚ ਕੰਪਲੀਟ ਕਰਵਾਇਆ ਜਾਏਗਾ। ਸੋ ਚਲੋ ਸਟਾਰਟ ਕਰਦੇ ਹਾਂ। ਸਭ ਨੂੰ ਪਤਾ ਹੈ ਕਿ ਇੱਕ ਨੰਬਰ ਲਾਈਨ ਹੁੰਦੀ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਆ ਪੰਜਾਬੀ ਵਿੱਚ ਸੰਖਿਆ ਰੇਖਾ। ਸੰਖਿਆ ਰੇਖਾ ਜਿਸ ਉੱਪਰ ਆਪਾਂ ਕੀ ਕਰਦੇ ਹਾਂ, ਨੰਬਰ ਸ਼ੋ ਕਰਦੇ ਹਾਂ। ਠੀਕ ਹੈ, ਵੱਖ-ਵੱਖ ਕਿਸਮਾਂ ਦੇ ਜੋ ਸੰਖਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਕਰਦੇ ਹਾਂ ਆਪਾਂ ਸੰਖਿਆ ਰੇਖਾ ਦੇ ਉੱਪਰ ਸ਼ੋ ਕਰਕੇ ਦਿਖਾਉਂਦੇ ਹਾਂ। ਜਿੰਨੇ ਵੀ ਅੰਕ ਨੇ ਉਹਨਾਂ ਸਾਰਿਆਂ ਨੂੰ ਅੰਕਾਂ ਨੂੰ ਕੀ ਹੈ ਸੰਖਿਆ ਰੇਖਾ ਦੇ ਉੱਪਰ ਦਰਸਾਇਆ ਜਾ ਸਕਦਾ ਹੈ। ਫੋਰ ਐਗਜ਼ਾਮਪਲ ਜੇ ਆ 1 ਹੈ, 1 ਤੋਂ ਲੈ ਕੇ ਇੱਧਰ ਲਗਾਤਾਰ ਚਲਦੀ ਜਾਏਗੀ ਤਾਂ ਇਨਫਿਨਿਟੀ ਤੱਕ ਕੀ ਹੁੰਦੇ ਨੇ, ਨੈਚੁਰਲ ਨੰਬਰ। ਕੀ ਹੁੰਦੇ ਨੇ, ਨੈਚੁਰਲ ਨੰਬਰ ਮਤਲਬ ਪ੍ਰਾਕਿਰਤਿਕ ਸੰਖਿਆਵਾਂ। ਠੀਕ ਹੈ, ਪ੍ਰਾਕਿਰਤਿਕ ਸੰਖਿਆਵਾਂ ਕਿੱਥੋਂ ਤੱਕ ਹੁੰਦੀਆਂ ਨੇ, 1 ਤੋਂ ਲੈ ਕੇ ਇਨਫਿਨਿਟੀ ਤੱਕ। ਠੀਕ ਹੈ, 1 ਤੋਂ ਲੈ ਕੇ ਇਨਫਿਨਿਟੀ ਤੱਕ। ਜੇਕਰ ਇੱਥੇ 0 ਹੋਏ ਔਰ 0 ਤੋਂ ਲੈ ਕੇ ਇਹ ਇਨਫਿਨਿਟੀ ਤੱਕ ਚੱਲੇ ਤਾਂ ਇਹਨਾਂ ਨੂੰ ਕੀ ਕਹਿੰਦੇ ਆ, ਪੂਰਨ ਸੰਖਿਆਵਾਂ। ਕੀ ਕਹਿੰਦੇ ਆ, ਪੂਰਨ ਸੰਖਿਆਵਾਂ ਮਤਲਬ ਹੋਲ ਨੰਬਰ। ਕੀ ਕਹਿੰਦੇ ਆ, ਹੋਲ ਨੰਬਰ। ਠੀਕ ਹੈ, ਹੋਲ ਨੰਬਰ ਕਿਹੜੇ ਹੁੰਦੇ ਆ, 0 ਤੋਂ ਲੈ ਕੇ ਇਨਫਿਨਿਟੀ ਤੱਕ। ਜਦੋਂ ਨੈਚੁਰਲ ਅੰਕਾਂ ਦੇ ਵਿੱਚ 0 ਨੂੰ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਉਹ ਕੀ ਬਣ ਜਾਂਦੇ ਆ, ਹੋਲ ਨੰਬਰ। ਠੀਕ ਹੈ, ਤੁਸੀਂ ਨੋਟ ਕਰਨਾ ਹੋਏ ਤਾਂ ਨਾਲ ਦੀ ਨਾਲ ਕਰਦੇ ਜਾਣਾ, ਸ਼ੋਰਟ ਨੋਟ ਬਣਾਉਂਦੇ ਜਾਣਾ ਆਪਣੇ। ਸੋ ਜੋ ਨੈਚੁਰਲ ਨੰਬਰ ਹੁੰਦੇ ਆ ਜਿਨ੍ਹਾਂ ਦੇ ਵਿੱਚ 1 ਤੋਂ ਲੈ ਕੇ ਇਨਫਿਨਿਟੀ ਤੱਕ ਹੁੰਦਾ ਹੈ, ਉਹਨਾਂ ਨੂੰ ਕੀ ਕਰਦੇ ਆ ਆਪਾਂ, n ਨਾਲ ਸ਼ੋ ਕਰਦੇ ਆ। ਇਹਨਾਂ ਨੂੰ ਦਿਖਾਉਣ ਲਈ n ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਔਰ ਜੋ ਹੋਲ ਨੰਬਰ ਹੁੰਦੇ ਆ ਜਿਨ੍ਹਾਂ ਵਿੱਚ 0 ਸ਼ਾਮਿਲ ਕਰ ਲਈ ਜਾਂਦੀ ਹੈ, ਜਦੋਂ ਨੈਚੁਰਲ ਨੰਬਰ ਦੇ ਵਿੱਚ ਜਦੋਂ 0 ਸ਼ਾਮਿਲ ਕੀਤੀ ਜਾਂਦੀ ਹੈ ਤਾਂ ਹੋਲ ਨੰਬਰ ਨੂੰ ਆਪਾਂ W ਨਾਲ ਡਿਫਾਈਨ ਕਰਦੇ ਹਾਂ। ਠੀਕ ਹੈ, ਹੋਲ ਨੰਬਰ ਲਈ W ਵਰਤਿਆ ਜਾਂਦਾ ਹੈ ਔਰ ਨੈਚੁਰਲ ਨੰਬਰ ਲਈ ਕੀ ਵਰਤਿਆ ਜਾਂਦਾ ਹੈ, N ਵਰਤਿਆ ਜਾਂਦਾ ਹੈ। ਠੀਕ ਹੈ, ਸੋ ਹੋਲ ਨੰਬਰ ਦੇ ਬਾਰੇ ਦੱਸ ਚੁੱਕੇ ਹਾਂ ਕਿ 0 ਤੋਂ ਲੈ ਕੇ ਇਨਫਿਨਿਟੀ ਤੱਕ ਹੁੰਦੇ ਆ ਔਰ ਨੈਚੁਰਲ ਨੰਬਰ 1 ਤੋਂ ਲੈ ਕੇ ਇਨਫਿਨਿਟੀ ਤੱਕ ਹੁੰਦੇ ਆ। ਠੀਕ ਹੈ, ਇਸ ਤੋਂ ਇਲਾਵਾ ਜਦੋਂ ਸੰਖਿਆ ਰੇਖਾ ਦੇ ਉੱਪਰ ਜੇ ਆ 0 ਹੈ ਔਰ ਇੱਧਰ ਇਨਫਿਨਿਟੀ ਹੈ ਪੋਜ਼ਿਟਿਵ ਵਾਲੀ। ਠੀਕ ਹੈ, ਔਰ ਇੱਧਰ ਮਾਈਨਸ ਵਾਲੀ ਇਨਫਿਨਿਟੀ ਹੈ, ਮਤਲਬ ਇੱਥੇ -1 -2 ਐਵੇਂ ਚੱਲਦੇ ਜਾਂਦੇ ਆ ਔਰ ਮਾਈਨਸ ਇਨਫਿਨਿਟੀ ਤੱਕ ਕੀ ਆ, ਚੱਲਦੇ ਜਾਣ। ਜਦੋਂ ਮਤਲਬ ਹੋਲ ਨੰਬਰ ਦੇ ਵਿੱਚ ਕੀ ਹੈ, ਨੈਗੇਟਿਵ ਨੰਬਰ ਨੂੰ ਜੋੜ ਲਿਆ ਜਾਵੇ ਤਾਂ ਉਹ ਕੀ ਬਣ ਜਾਂਦੇ ਆ, ਜਦੋਂ ਹੋਲ ਨੰਬਰ ਦੇ ਵਿੱਚ ਨੈਗੇਟਿਵ ਨੰਬਰ ਨੂੰ ਜੋੜ ਲਿਆ ਜਾਵੇ ਤਾਂ ਉਹ ਕੀ ਬਣ ਜਾਂਦੇ ਆ, ਇੰਟੀਜ਼ਰ ਬਣ ਜਾਂਦੇ ਆ। ਕੀ ਬਣ ਜਾਂਦੇ ਆ, ਇੰਟੀਜ਼ਰ। ਸੋ ਇਹਨਾਂ ਨੂੰ ਕੀ ਕਹਿੰਦੇ ਆ ਇੰਗਲਿਸ਼, ਇੰਟੀਜ਼ਰ ਨੂੰ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ, ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ। ਸੋ ਇਹ ਸੰਪੂਰਨ ਸੰਖਿਆਵਾਂ ਕਿੱਥੋਂ ਲੈ ਕੇ ਕਿੱਥੋਂ ਤੱਕ ਹੁੰਦੀਆਂ ਨੇ, ਇਹ ਮਾਈਨਸ ਇਨਫਿਨਿਟੀ ਤੋਂ ਲੈ ਕੇ ਪਲੱਸ ਇਨਫਿਨਿਟੀ ਤੱਕ ਇਹ ਕੀ ਆ, ਚਲਦੀਆਂ ਜਾਂਦੀਆਂ ਨੇ। ਠੀਕ ਹੈ, ਮਾਈਨਸ ਇਨਫਿਨਿਟੀ ਤੋਂ ਲੈ ਕੇ ਪਲੱਸ ਇਨਫਿਨਿਟੀ ਤੱਕ। ਮਤਲਬ ਸੰਪੂਰਨ ਸੰਖਿਆਵਾਂ ਵਿੱਚ ਕੀ ਕੀ ਐਡ ਹੁੰਦਾ ਹੈ, ਪੋਜ਼ਿਟਿਵ ਨੰਬਰ। ਸੰਪੂਰਨ ਸੰਖਿਆਵਾਂ ਵਿੱਚ ਕੀ ਕੀ ਐਡ ਹੁੰਦਾ ਹੈ, ਇੰਟੀਜ਼ਰ ਦੇ ਵਿੱਚ ਕੀ ਕੀ ਐਡ ਹੁੰਦਾ ਹੈ, ਇੱਕ ਤਾਂ ਨੈਗੇਟਿਵ ਨੰਬਰ ਹੁੰਦੇ ਆ ਔਰ ਇੱਕ ਪੋਜ਼ਿਟਿਵ ਨੰਬਰ ਹੁੰਦੇ ਆ। ਸੋ ਇਹ ਕੀ ਆ, ਨੈਗੇਟਿਵ ਔਰ ਪੋਜ਼ਿਟਿਵ ਨੰਬਰ ਮਿਲਾ ਕੇ ਕੀ ਬਣਾਉਂਦੇ ਆ, ਇੰਟੀਜ਼ਰ ਬਣਾਉਂਦੇ ਆ, ਮਤਲਬ ਸੰਪੂਰਨ ਸੰਖਿਆਵਾਂ ਨੂੰ ਬਣਾਉਂਦੇ ਆ। ਠੀਕ ਹੈ, ਇਹਨਾਂ ਇੰਟੀਜ਼ਰ ਨੂੰ ਕਿਹਦੇ ਨਾਲ ਸ਼ੋ ਕੀਤਾ ਜਾਂਦਾ ਹੈ, Z ਨਾਲ। Z ਨਾਲ ਸ਼ੋ ਕੀਤਾ ਜਾਂਦਾ ਹੈ। Z ਜਰਮਨ ਲੈਂਗੁਏਜ ਦਾ ਇੱਕ ਵਰਡ ਹੈ ਜਿਹਨੂੰ ਕਹਿੰਦੇ ਆ ਜ਼ੈਲੀਨ। ਜਿਹਨੂੰ ਕੀ ਕਹਿੰਦੇ ਆ, ਜ਼ੈਲੀਨ। ZAHLEN। ਇਹ ਕੀ ਕਹਿੰਦੇ ਆ, ਜ਼ੈਲੀਨ। ਇਸ ਦਾ ਮਤਲਬ ਕੀ ਹੈ, ਗਿਣਨਾ। ਇਸ ਦਾ ਅਰਥ ਹੈ ਗਿਣਨਾ। ਇਸ ਲਈ ਹੋਲ ਨੰਬਰਾਂ ਨੂੰ ਇੰਟੀਜ਼ਰਾਂ ਨੂੰ ਕਿਹਦੇ ਨਾਲ ਸ਼ੋ ਕਰਦੇ ਆ, Z ਨਾਲ। ਠੀਕ ਹੈ, ਸੋ ਇਹ ਤੁਸੀਂ ਯਾਦ ਰੱਖਣਾ, ਇੰਟੀਜ਼ਰ ਨੂੰ Z ਨਾਲ ਸ਼ੋ ਕਰਦੇ ਆ, ਨੈਚੁਰਲ ਨੰਬਰ ਨੂੰ N ਨਾਲ। ਠੀਕ ਹੈ, ਔਰ ਹੋਲ ਨੰਬਰ ਨੂੰ W ਨਾਲ। ਓਕੇ, ਸੋ ਅੱਗੇ ਗੱਲ ਕਰਦੇ ਹਾਂ। ਸਿਰਫ ਇਹੀ ਪੋਜ਼ਿਟਿਵ ਔਰ ਨੈਗੇਟਿਵ
ਮਿਲਾ ਕੇ ਸੰਖਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਹੋਰ ਵੀ ਸੰਖਿਆਵਾਂ ਹੁੰਦੀਆਂ ਨੇ। ਕਿਹੜੀਆਂ ਸੰਖਿਆਵਾਂ ਬਚਦੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਆ? ਪਰਿਮੇਜ ਸੰਖਿਆਵਾਂ। ਪਰਿਮੇਜ ਪਰਿਮੇਜ ਸੰਖਿਆਵਾਂ ਮਤਲਬ ਰੈਸ਼ਨਲ ਨੰਬਰ। ਰੈਸ਼ਨਲ ਨੰਬਰ ਠੀਕ ਹੈ। ਰੈਸ਼ਨਲ ਨੰਬਰ ਕਿਹੜੇ ਹੁੰਦੇ ਆ? ਜਿਵੇਂ 1/2, 3/4 ਔਰ ਮਾਈਨਸ ਦਾ ਨਿਸ਼ਾਨ ਵੀ ਆ ਜਾਏ ਤਾਂ ਕੋਈ ਚੱਕਰ ਨਹੀਂ, 205/206 ਠੀਕ ਹੈ। ਇਹ ਕੀ ਨੇ? ਰੈਸ਼ਨਲ ਨੰਬਰ ਨੇ, ਮਤਲਬ ਪਰਿਮੇਜ ਸੰਖਿਆਵਾਂ ਨੇ। ਠੀਕ ਹੈ, ਪਰਿਮੇਜ ਸੰਖਿਆਵਾਂ ਨੇ। ਓਕੇ, ਰੈਸ਼ਨਲ ਦਾ ਮਤਲਬ ਕੀ ਹੈ? ਰੈਸ਼ਨਲ ਜੋ ਸ਼ਬਦ ਹੈ ਉਸ ਦੀ ਉਤਪत्ति ਹੋਈ ਹੈ ਰੇਸ਼ੋ ਤੋਂ। ਰੇਸ਼ੋ ਮਤਲਬ ਅਨੁਪਾਤ। ਠੀਕ ਹੈ, ਜਿਵੇਂ 1/2 ਵੀ ਲਿਖ ਸਕਦੇ ਹਾਂ ਨਾ ਆਪਾਂ, ਲਿਖਦੇ ਹਾਂ ਨਾ ਅਨੁਪਾਤ ਜਦੋਂ ਕਰਦੇ ਹਾਂ। ਸੋ ਰੇਸ਼ੋ ਦਾ ਮਤਲਬ ਹੈ ਉਹਦਾ ਹਿੱਸਾ ਵੀ ਕਹਿ ਸਕਦੇ ਹਾਂ ਆਪਾਂ। ਠੀਕ ਹੈ, 1/2 ਜੋ ਹੈ ਇੱਕ ਤਰ੍ਹਾਂ ਦਾ ਹਿੱਸਾ ਹੈ, 1 ਦਾ ਹਿੱਸਾ ਹੈ। ਜਦੋਂ 1/2 ਔਰ 1 ਵਿੱਚ 1/2 ਐਡ ਕਰਦੇ ਹਾਂ ਤਾਂ ਕਿੰਨਾ ਬਣ ਜਾਂਦਾ? 1 ਬਣ ਜਾਂਦਾ। ਓਕੇ, ਸੋ ਇਹ ਜੋ ਪਰਿਮੇਜ ਸੰਖਿਆਵਾਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕਿਹਦੇ ਨਾਲ ਪ੍ਰਗਟ ਕਰਦੇ ਹਾਂ? ਜੋ ਰੈਸ਼ਨਲ ਨੰਬਰ ਨੇ ਇਹਨਾਂ ਨੂੰ ਕਿਊ ਚਿੰਨ੍ਹ ਨਾਲ ਕੀ ਹੈ? ਡਿਫਾਈਨ ਕੀਤਾ ਜਾਂਦਾ ਹੈ। ਕਿਊ ਦਾ ਮਤਲਬ ਕੀ ਹੈ? ਕੁਆਂਟੀਨੈਂਟ। ਠੀਕ ਹੈ, ਕਿਊ ਦਾ ਮਤਲਬ ਕੀ ਹੈ? ਕੁਆਂਟੀਨੈਂਟ। ਓਕੇ, ਸੋ ਪਰਿਮੇਜ ਸੰਖਿਆਵਾਂ ਨੂੰ ਅਗਰ ਪਰਿਭਾਸ਼ਿਤ ਕੀਤਾ ਜਾਵੇ ਤਾਂ ਕਿਵੇਂ ਆਪਾਂ ਇਸ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ? ਮਤਲਬ ਰੈਸ਼ਨਲ ਨੰਬਰ ਨੂੰ ਡਿਫਾਈਨ ਕਰਨ ਲਈ ਕੀ ਇਹੋ ਜਿਹੀ ਟਰਮ ਵਰਤੀ ਜਾਏ ਜੋ ਹੈ ਇਸ ਲਈ ਖਰੀ ਉਤਰ ਸਕੇ। ਸੋ ਰੈਸ਼ਨਲ ਨੰਬਰ ਦੀ ਇੱਕ ਪਰਿਭਾਸ਼ਾ ਹੈ, ਉਸ ਨੂੰ ਨੋਟ ਕਰਨਾ ਚਾਹੋ ਤਾਂ ਤੁਸੀਂ ਕਰ ਲੈਣਾ, ਮੈਂ ਬੋਲ ਦਿੰਦਾ। ਜੇਕਰ ਸੰਖਿਆ r ਨੂੰ ਪਰਿਮੇਜ ਸੰਖਿਆ ਕਿਹਾ ਜਾਵੇ, ਮਤਲਬ ਰੈਸ਼ਨਲ ਨੰਬਰ ਕਿਹਾ ਜਾਏ, ਔਰ ਜੇ ਇਸ ਨੂੰ p/q ਦੇ ਵਿੱਚ ਲਿਖਿਆ ਜਾਵੇ। ਜੇਕਰ ਇੱਕ ਨੰਬਰ ਹੈ r ਔਰ ਇਹ ਰੈਸ਼ਨਲ ਨੰਬਰ ਇਸ ਨੂੰ ਕਿਹਾ ਜਾਵੇ ਔਰ ਇਸ ਨੂੰ p/q ਦੇ ਵਿੱਚ ਕੀ ਹੈ? ਲਿਖਿਆ ਜਾਵੇ। ਜਿੱਥੇ p ਅਤੇ q ਕੀ ਨੇ? ਇੰਟੀਜ਼ਰ ਨੇ। p ਅਤੇ q ਕੀ ਨੇ? ਇੰਟੀਜ਼ਰ ਨੇ। ਔਰ q ਜੋ ਹੈ ਨੋਟ ਇਕੁਅਲ ਟੂ 0 ਹੈ, ਮਤਲਬ q ਕੀ ਹੈ? ਨੋਟ ਇਕੁਅਲ ਟੂ 0 ਹੈ। ਸੋ ਇਹਨੂੰ ਇੱਕ ਲਾਈਨ ਦੇ ਵਿੱਚ ਮੈਂ ਬੋਲ ਕੇ ਦੱਸ ਦਿੰਦਾ। ਜੇਕਰ ਸੰਖਿਆ r ਨੂੰ ਪਰਿਮੇਜ ਸੰਖਿਆ ਕਿਹਾ ਜਾਵੇ, ਮਤਲਬ ਰੈਸ਼ਨਲ ਨੰਬਰ ਕਿਹਾ ਜਾਵੇ, ਔਰ ਜੇ ਇਸ ਨੂੰ p/q ਦੇ ਵਿੱਚ ਲਿਖਿਆ ਜਾਵੇ, ਜਿੱਥੇ p ਅਤੇ q ਕੀ ਨੇ? ਇੰਟੀਜ਼ਰ ਨੇ, ਮਤਲਬ ਸੰਪੂਰਨ ਸੰਖਿਆਵਾਂ ਨੇ, ਔਰ q ਕੀ ਹੈ? ਨੋਟ ਇਕੁਅਲ ਟੂ 0 ਹੈ। ਸੋ ਬੇਸਿਕਲੀ ਤੁਸੀਂ ਯਾਦ ਕੀ ਰੱਖਣਾ? ਰੈਸ਼ਨਲ ਨੰਬਰ ਜੋ ਹੋਣਗੇ ਉਹ ਕਿਸ ਦੇ ਵਿੱਚ ਲਿਖੇ ਹੋਣਗੇ? p/q ਦੇ ਵਿੱਚ। ਜਿੱਥੇ q ਕੀ ਹੈ? ਨੋਟ ਇਕੁਅਲ ਟੂ 0 ਹੈ। ਓਕੇ, ਫੋਰ ਐਗਜ਼ਾਮਪਲ ਜਿਵੇਂ ਸੰਪੂਰਨ ਸੰਖਿਆਵਾਂ ਕਿਵੇਂ ਹੋ ਸਕਦੀਆਂ? ਜੇਕਰ ਆ 25 ਹੈ ਤਾਂ ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? -25 ਜੋ ਹੈ ਇਸ ਨੂੰ ਆਪਾਂ -25/1 ਵੀ ਲਿਖ ਸਕਦੇ ਹਾਂ। ਸੋ ਜਿੰਨੇ ਵੀ ਸੰਪੂਰਨ ਅੰਕ ਹੋਣਗੇ ਉਹ ਸਾਰੇ ਹੀ ਕੀ ਹੋਣਗੇ? ਇੱਕ ਰੈਸ਼ਨਲ ਨੰਬਰ ਹੋਣਗੇ। ਸੋ ਤੁਸੀਂ ਯਾਦ ਰੱਖਣਾ ਕਿ ਜੋ ਰੈਸ਼ਨਲ ਨੰਬਰ ਨੇ, ਜੋ ਪਰਿਮੇਜ ਅੰਕ ਨੇ, ਉਹਨਾਂ ਦੇ ਵਿੱਚ ਕਿਹੜੇ ਅੰਕ ਆ ਜਾਂਦੇ ਆ? ਪਰਿਮੇਜ ਅੰਕ, ਨੈਚੁਰਲ ਅੰਕ ਮਤਲਬ ਪ੍ਰਕਿਰਤਿਕ ਅੰਕ ਜਾਂ ਕੁਦਰਤੀ ਅੰਕ ਕਹਿ ਲਈਏ, ਔਰ ਇਸ ਤੋਂ ਇਲਾਵਾ ਹੋਲ ਨੰਬਰ ਔਰ ਇੰਟੀਜ਼ਰ, ਇਹ ਸਾਰੇ ਜੋ ਆ ਰੈਸ਼ਨਲ ਨੰਬਰ ਦੇ ਵਿੱਚ ਆ ਜਾਂਦੇ ਆ। ਠੀਕ ਹੈ, ਰੈਸ਼ਨਲ ਨੰਬਰ ਦੇ ਵਿੱਚ ਕਿਹੜੀਆਂ ਸੰਖਿਆਵਾਂ ਆ ਜਾਂਦੀਆਂ? ਕੁਦਰਤੀ ਅੰਕ, ਪ੍ਰਕਿਰਤਿਕ ਅੰਕ, ਹੋਲ ਅੰਕ ਮਤਲਬ ਪੂਰਨ ਅੰਕ, ਔਰ ਸੰਪੂਰਨ ਅੰਕ। ਠੀਕ ਹੈ, ਇਹ ਸਾਰੇ ਕੀ ਆ? ਰੈਸ਼ਨਲ ਨੰਬਰ ਦੇ ਵਿੱਚ ਆ ਜਾਂਦੇ ਆ। ਸੋ ਪਰਿਮੇਜ ਸੰਖਿਆਵਾਂ ਨੂੰ ਲਿਖਣ ਦੀ ਇੱਕ ਜੋ ਰੂਪ ਹੈ ਉਹ p/q ਹੀ ਹੈ। ਸੋ ਕੋਈ ਵੀ ਸੰਖਿਆ, ਜਿਵੇਂ ਕੋਈ ਵੀ ਨੈਚੁਰਲ ਨੰਬਰ ਹੈ, ਮੰਨ ਲਓ 36 ਹੈ, ਇਹ ਸਿਰਫ 36 ਜੋ ਹੈ ਨੈਚੁਰਲ ਨੰਬਰ ਵੀ ਹੈ ਔਰ ਇਹ ਕੀ ਹੈ? ਇੱਕ ਰੈਸ਼ਨਲ ਨੰਬਰ ਵੀ ਹੈ। ਕਿਵੇਂ ਹੈ ਰੈਸ਼ਨਲ ਨੰਬਰ? ਜੇਕਰ ਆਪਾਂ 36/1 ਲਿਖ ਦਈਏ ਤਾਂ 36 ਨੂੰ ਤਾਂ ਕੋਈ ਫਰਕ ਨਹੀਂ ਪਏਗਾ। ਸੋ ਇਹ ਕੀ ਹੈ? p/q ਦੇ ਵਿੱਚ ਕੀ ਹੈ? ਲਿਖਿਆ ਜਾਏਗਾ। ਸੋ ਇਹ ਨੈਚੁਰਲ ਨੰਬਰ ਵੀ ਹੈ ਔਰ ਇਹ ਕੀ ਹੈ? ਇੱਕ ਰੈਸ਼ਨਲ ਨੰਬਰ ਵੀ ਹੈ। ਠੀਕ ਹੈ, ਕਿਉਂਕਿ ਇੱਥੇ q ਕੀ ਹੈ? 0 ਨਹੀਂ ਹੈ। q ਕੀ ਹੈ? ਇੱਥੇ 0 ਨਹੀਂ ਹੈ, q ਦੀ ਜਗ੍ਹਾ 1 ਹੈ। ਓਕੇ, ਇਸ ਤੋਂ ਇਲਾਵਾ ਜੋ ਮੈਂ ਪਹਿਲਾਂ ਬੇਸਿਕ ਕਲਾਸਾਂ ਦੇ ਵਿੱਚ ਪੜ੍ਹਾਇਆ ਸੀ, ਜਿਵੇਂ 1/2 ਹੈ, ਇਹ ਕਿਹਦੇ ਇਕੁਅਲ ਹੈ? 2/4 ਦੇ। ਔਰ ਇਹ ਕਿਹਦੇ ਇਕੁਅਲ ਹੈ? 10/20 ਦੇ। ਔਰ ਇਹ ਕਿਹਦੇ ਇਕੁਅਲ ਹੈ?
25/50 ਦੇ। ਇਹ ਕੀ ਚੱਲ ਰਿਹਾ, ਜੋ 1/2 ਹੈ ਇਹ ਤਾਂ ਐਵੇਂ ਹੀ 1/2 ਹੈ। ਜਦੋਂ ਇਹਨੂੰ ਆਪਾਂ ਕੱਟਾਂਗੇ ਤਾਂ ਇਹ ਵੀ 1/2 ਹੀ ਆ ਜਾਏਗਾ, ਇਹਨੂੰ ਵੀ ਆਪਾਂ ਕੱਟਾਂਗੇ ਤਾਂ 1/2 ਹੀ ਆਏਗਾ, ਔਰ ਇਹਨੂੰ ਕੱਟਣ ਤੇ ਕੀ ਹੈ 1/2 ਹੀ ਆਏਗਾ। ਇਹ ਕੀ ਨੇ ਜੋ ਆਪਾਂ ਲਿਖੀਆਂ ਨੇ 1/2, 2/4, 10/20, 25/50, ਇਹ ਕੀ ਨੇ 1/2 ਦੀਆਂ ਇਕੁਈਲੈਂਟ ਫਰੈਕਸ਼ਨ ਨੇ। ਕੀ ਨੇ? ਤੁਲ ਪ੍ਰਮੇਜ ਸੰਖਿਆਵਾਂ, ਜਿਨ੍ਹਾਂ ਨੂੰ ਕੀ ਕਹਿੰਦੇ ਆ? ਤੁਲ ਪ੍ਰਮੇਜ ਸੰਖਿਆਵਾਂ। ਕੀ ਕਹਿੰਦੇ ਆ? ਇਕੁਈਲੈਂਟ ਫਰੈਕਸ਼ਨ। ਠੀਕ ਹੈ, ਇਹਨਾਂ ਨੂੰ ਕਹਿੰਦੇ ਆ ਤੁਲ ਪ੍ਰਮੇਜ ਸੰਖਿਆਵਾਂ। ਓਕੇ, ਸੋ ਇੱਕ ਕਥਨ ਪੁੱਛ ਕੇ ਕੁਐਸਚਨ ਪੁੱਛਿਆ ਜਾਂਦਾ ਹੈ, ਜਿਵੇਂ ਪਿਛਲੇ ਪੇਪਰ ਦੇ ਵਿੱਚ ਆਇਆ ਸੀ। ਸੋ ਇੱਕ ਕਥਨ ਪੁੱਛ ਰਹੇ ਹਾਂ, ਤੁਸੀਂ ਉਸ ਦਾ ਆਨਸਰ ਜੋ ਹੈ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ। ਫਰਸਟ ਕੁਐਸਚਨ ਹੈ, ਹਰੇਕ ਪੂਰਨ ਸੰਖਿਆ ਇੱਕ ਪ੍ਰਾਕਿਰਤਿਕ ਸੰਖਿਆ ਹੁੰਦੀ ਹੈ। ਇਹ ਤੁਸੀਂ ਦੱਸਣਾ ਹੈ ਇਹ ਕਥਨ ਸਹੀ ਹੈ ਜਾਂ ਨਹੀਂ। ਤੁਸੀਂ ਦੱਸਣਾ ਹੈ ਸਹੀ ਹੈ ਤਾਂ ਸਹੀ ਤੇ ਟਿਕ ਕਰੋਗੇ, ਮਤਲਬ ਯੈਸ ਲਿਖੋਗੇ, ਔਰ ਨੋ ਹੈ ਤਾਂ ਮਤਲਬ ਰੋਂਗ ਹੈ ਤਾਂ ਨੋ ਲਿਖੋਗੇ। ਕੁਐਸਚਨ ਨੰਬਰ ਜ਼ਰੂਰ ਨੋਟ ਕਰ ਲੈਣਾ, ਇਹ ਕੁਐਸਚਨ ਨੰਬਰ ਫਸਟ ਹੈ। ਕੁਐਸਚਨ ਨੰਬਰ ਲਿਖ ਦੇਣਾ, ਅੱਗੇ ਆਪਣਾ ਇਸ ਦਾ ਆਨਸਰ ਲਿਖਣਾ। ਮੈਂ ਇਸ ਦਾ ਆਨਸਰ ਕੀ ਹੈ ਪਿੰਨ ਕਰ ਦਾਂਗਾ ਕਿ ਇਸ ਦਾ ਆਨਸਰ ਕੀ ਹੈ। ਜਦੋਂ ਸਭ ਦੇ ਆਨਸਰ ਜੋ ਆ ਜਾਣਗੇ ਉਦੋਂ ਇਸ ਦਾ ਆਨਸਰ ਪਿੰਨ ਕਰ ਦਿੱਤਾ ਜਾਏਗਾ ਕਿ ਇਸ ਕੁਐਸਚਨ ਦਾ ਆਨਸਰ ਕੀ ਹੈ। ਠੀਕ ਹੈ, ਸੋ ਅੱਗੇ ਦੇਖਦੇ ਹਾਂ ਇਹ ਕਿਸ ਤਰ੍ਹਾਂ ਦਾ ਵੀ ਕੁਐਸਚਨ ਪੁੱਛਿਆ ਜਾ ਸਕਦਾ, ਉਹ ਮੈਂ ਖੁਦ ਸੋਲਵ ਕਰਕੇ ਦੱਸਾਂਗਾ। 1 ਅਤੇ 2, 1 ਤੇ 2 ਦੇ ਵਿਚਕਾਰ 5 ਪਰਿਮੇਯ ਸੰਖਿਆਵਾਂ ਦੱਸੋ। ਜਾਂ ਤੁਹਾਨੂੰ ਇਹ 5 ਦੀ ਜਗ੍ਹਾ 'ਤੇ 2 ਵੀ ਪੁੱਛ ਸਕਦਾ ਹੈ ਜਾਂ 1 ਵੀ ਪੁੱਛ ਸਕਦਾ ਹੈ। ਠੀਕ ਹੈ, ਸੋ 5 ਕਿਵੇਂ ਕੱਢਣੀ ਹੈ? ਇੱਕ ਤਾਂ ਇਹਨੂੰ ਟ੍ਰਿਕ ਹੁੰਦੀ ਹੈ ਕਿ ਜੋ ਵੀ 2 ਸੰਖਿਆਵਾਂ ਦਿੱਤੀਆਂ 1 ਅਤੇ 2 ਦਿੱਤੀਆਂ ਨਾ ਆਪਾਂ ਨੂੰ, ਸੋ ਆਪਾਂ ਕੀ ਕਰਦੇ ਹਾਂ, ਮੰਨ ਲਓ A ਔਰ B ਦਿੱਤਾ ਹੋਇਆ ਆਪਾਂ ਨੂੰ, ਤਾਂ ਆਪਾਂ ਕੀ ਕਰਾਂਗੇ, A ਦੀ ਵੈਲਿਊ ਕਿੰਨੀ ਹੈ 1 ਔਰ B ਦੀ ਕਿੰਨੀ ਹੈ 2, ਇਹਨਾਂ ਦੋਵਾਂ ਨੂੰ ਕੀ ਕਰਾਂਗੇ ਐਡ ਕਰ ਲਾਂਗੇ, ਔਰ ਬਾਏ ਕੀ ਕਰ ਲਾਂਗੇ 2। ਸੋ A ਦੀ ਵੈਲਿਊ 1 ਹੈ ਔਰ B ਦੀ ਵੈਲਿਊ 2 ਹੈ। ਜਦੋਂ ਇਸ ਨੂੰ ਬਾਏ 2 ਕਰਾਂਗੇ ਤਾਂ ਆਪਾਂ ਨੂੰ ਕੀ ਮਿਲ ਜਾਏਗਾ, ਇੱਕ ਇਹਨਾਂ ਦੇ ਵਿਚਕਾਰਲੀ ਸੰਖਿਆ ਜੋ ਪਰਿਮੇਜ ਹੋਏਗੀ। ਕੀ ਹੈ? ਪਰਿਮੇਜ, ਮਤਲਬ ਰੈਸ਼ਨਲ ਹੈ, ਔਰ ਇਹ 1 ਅਤੇ 2 ਦੇ ਵਿਚਕਾਰ ਹੈ। ਠੀਕ ਹੈ, ਇੱਕ ਤਾਂ ਇਹ ਟ੍ਰਿਕ ਹੈ ਇਸ ਨੂੰ ਸੋਲਵ ਕਰਨ ਦੀ। ਲੇਕਿਨ ਉਹਨੇ ਕੀ ਕਿਹਾ ਆਪਾਂ ਨੂੰ 5 ਪਤਾ ਕਰੋ, ਇੱਥੇ ਤਾਂ ਆਪਣੇ ਕੋਲ 1 ਆ ਰਹੀ ਹੈ। ਆਪਾਂ ਕੀ ਕਰਾਂਗੇ, ਇਕੱਠੀਆਂ 5 ਪਤਾ ਕਰਾਂਗੇ ਔਰ ਟਾਈਮ ਬਚਾਵਾਂਗੇ। ਕਿਵੇਂ ਬਚੇਗਾ ਟਾਈਮ? 1 ਅਤੇ 2 ਕਿਹਾ ਨਾ ਆਪਾਂ ਨੂੰ, 1 ਅਤੇ 2 ਦੇ ਵਿਚਕਾਰ ਕੀ ਹੈ 5 ਸੰਖਿਆਵਾਂ ਲੱਭੋ। ਸੋ ਆਪਾਂ ਨੂੰ ਕੀ ਕਿਹਾ ਹੈ 5 ਸੰਖਿਆਵਾਂ ਲੱਭੋ। ਸੋ ਆਪਾਂ ਨੂੰ 5 ਕਿਹਾ ਗਿਆ ਤਾਂ ਆਪਾਂ ਕੀ ਕਰਾਂਗੇ 5 ਔਰ ਪਲੱਸ 1 ਕਰ ਦਾਂਗੇ, ਕਿਉਂਕਿ ਆਪਾਂ ਨੂੰ 5 ਕਿਹਾ ਗਿਆ ਆਪਾਂ 5 ਲੈ ਲਿਆ ਇੱਥੇ, ਔਰ ਆਪਣੇ ਵੱਲੋਂ ਕੀ ਕਰਾਂਗੇ 1 ਐਡ ਕਰ ਦਾਂਗੇ। ਸੋ ਆਪਣੇ ਕੋਲ ਕੀ ਆ ਜਾਏਗਾ, ਇੱਕ 6 ਆ ਜਾਏਗਾ। ਠੀਕ ਹੈ, ਔਰ ਉਹਨੇ ਕੀ ਕਿਹਾ ਹੈ 1 ਤੋਂ ਲੈ ਕੇ 2 ਤੱਕ ਜੋ ਹੈ ਵਿੱਚ ਕਾਰਲੀਆਂ ਕੀ ਹੈ ਪਰਿਮੇਯ ਸੰਖਿਆਵਾਂ ਪਤਾ ਕਰੋ। ਫਸਟ ਟਰਮ ਕੀ ਹੈ 1, ਆਪਾਂ ਕੀ ਕਰਾਂਗੇ 1 ਕਿਹਦੇ ਬਰਾਬਰ ਹੈ, ਜੇਕਰ ਇਹ 6 ਨੂੰ 6/6 ਕਰ ਦਈਏ ਤਾਂ ਇਹ ਕੀ ਹੋ ਜਾਏਗਾ 1 ਹੀ ਹੋਏਗਾ ਨਾ। ਐਵੇਂ ਹੀ ਜੇਕਰ 2 ਨੂੰ 12/6 ਕਰ ਦਈਏ, ਇਹ ਵਾਲਾ 6 ਰੱਖ ਦਈਏ ਤਾਂ ਇਹ ਵੀ ਕੀ ਹੋਏਗਾ 2 ਹੀ ਹੋਏਗਾ ਨਾ ਜਦੋਂ ਕੱਟਣ 'ਤੇ। ਸੋ ਆਪਾਂ ਕੀ ਕਰਾਂਗੇ, ਆਪਣੇ ਕੋਲ ਇੱਕ ਤਾਂ ਟਰਮ ਇਹ ਆ ਗਈ 6/6 ਔਰ ਇੱਕ ਆ ਗਈ 12/6। ਸੋ 6/6 ਤੋਂ ਲੈ ਕੇ 12/6 ਦੇ ਵਿਚਕਾਰ ਜੋ ਵੀ ਸੰਖਿਆਵਾਂ ਹੋਣਗੀਆਂ ਉਹ 5 ਆਪਾਂ ਨੂੰ ਕੀ ਮਿਲ ਜਾਣਗੀਆਂ, 1 ਤੋਂ ਲੈ ਕੇ 2 ਤੱਕ ਪਰਿਮੇਯ ਸੰਖਿਆਵਾਂ। ਕਿਹੜੀਆਂ ਕਿਹੜੀਆਂ ਹੋਣਗੀਆਂ ਮੈਂ ਦੱਸ ਦਿੰਦਾ। ਫੋਰ ਐਗਜ਼ਾਮਪਲ ਆਪਾਂ ਨੂੰ ਇਹ ਪਤਾ ਲੱਗਿਆ 6 ਤੋਂ 6 ਔਰ 12 ਤੋਂ 6 ਤੱਕ। ਠੀਕ ਹੈ, ਜੇਕਰ ਮੈਂ 7 ਤੋਂ 6 ਲਿਖਾਂ ਔਰ 8 ਤੋਂ 6 ਲਿਖਾਂ ਔਰ 9 ਤੋਂ 6 ਲਿਖਾਂ, ਐਵੇਂ ਹੀ 10 ਤੋਂ 6 ਔਰ 11 ਤੋਂ 6, ਇਹ ਕੀ ਆ 1 ਅਤੇ 2 ਦੇ ਵਿਚਕਾਰ ਕੀ ਆ ਪਰਿਮੇਯ ਸੰਖਿਆਵਾਂ ਨੇ। ਤੁਸੀਂ ਇਹਨਾਂ ਨੂੰ ਕੱਟ ਵੀ ਸਕਦੇ ਹੋ, 7/6 ਤਾਂ 7 ਕੱਟਿਆ ਨਹੀਂ ਜਾ ਸਕਦਾ, ਇਹ ਕੱਟੇ ਜਾ ਸਕਦੇ ਆ 4 ਔਰ 3 ਦੇ। ਸੋ ਇਹ ਆ ਗਿਆ 4/3। ਇਹ ਕੀ ਹੈ 3 ਦੇ ਜੋ ਹੈ ਟੇਬਲ 'ਤੇ ਕੱਟਿਆ ਜਾਏਗਾ 3 ਔਰ 2। ਸੋ ਇਹ ਕੀ ਆ ਗਿਆ 3/2। ਇਹ 2 ਦੇ ਟੇਬਲ 'ਤੇ ਕੱਟਿਆ ਜਾਏਗਾ 5
और 3। सो ये 5 और 3 आ गया और ये 11 और 6। सो ਆਪਾਂ ਨੂੰ ਕੀ ਪਤਾ ਲੱਗ ਗਿਆ 5 ਇਹਨਾਂ ਦੇ ਵਿਚਕਾਰੋਂ ਸੰਖਿਆਵਾਂ ਪਤਾ ਲੱਗ ਗਈਆਂ ਪ੍ਰਮੇय ਸੰਖਿਆਵਾਂ ਮਤਲਬ ਰੈਸ਼ਨਲ ਨੰਬਰ। ਠੀਕ ਹੈ। ਸੋ ਆਪਾਂ ਇਸ ਤੋਂ ਕੀ ਸਿੱਟਾ ਕੱਢ ਸਕਦੇ ਹਾਂ ਅਸਲ ਵਿੱਚ ਕੀ ਹੈ 1 ਤੋਂ 2 ਦੇ ਵਿਚਕਾਰ ਕੀ ਹੈ ਅਨੰਤ ਮਤਲਬ ਇਨਫਿਨਿਟੀ ਨੈਚੁਰਲ ਪ੍ਰਮੇय ਸੰਖਿਆਵਾਂ ਨੇ ਮਤਲਬ ਅਨੇਕਾਂ ਰੂਪ ਦੇ ਨਾਲ ਕੀ ਆ ਆਪਾਂ ਪ੍ਰਮੇय ਸੰਖਿਆਵਾਂ ਕੱਢ ਸਕਦੇ ਹਾਂ ਜਿੰਨੀਆਂ ਆਪਾਂ ਨੂੰ ਕਈਆਂ ਜਾਣਗੀਆਂ ਓਨੀਆਂ ਹੀ ਆਪਾਂ ਇਹਨਾਂ ਦੇ ਵਿੱਚੋਂ ਕੱਢ ਸਕਦੇ ਹਾਂ। ਸੋ ਆਪਾਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਕੋਈ ਵੀ ਦੋ ਸੰਖਿਆਵਾਂ ਦਿੱਤੀਆਂ ਹੋਣ ਤਾਂ ਉਹਨਾਂ ਦੇ ਵਿੱਚੋਂ ਜੇਕਰ ਰੈਸ਼ਨਲ ਨੰਬਰ ਕੱਢਣੇ ਹੋਣ ਤਾਂ ਉਹ ਕਿੰਨੇ ਹੋਣਗੇ ਇਨਫਿਨਿਟੀ ਹੋਣਗੇ। ਠੀਕ ਹੈ। ਕੋਈ ਵੀ ਦੋ ਸੰਖਿਆਵਾਂ ਦਿੱਤੀਆਂ ਹੋਣ ਜੇਕਰ ਉਹਨਾਂ ਦੇ ਵਿੱਚੋਂ ਰੈਸ਼ਨਲ ਨੰਬਰ ਕੱਢਣੇ ਹੋਣ ਤਾਂ ਉਹ ਕਿੰਨੇ ਹੋਣਗੇ ਅਨੰਤ ਹੋਣਗੇ। ਠੀਕ ਹੈ। ਸੋ ਅਨੇਕਾਂ ਪ੍ਰਮੇय ਸੰਖਿਆਵਾਂ ਇਹਦੇ ਵਿੱਚੋਂ ਹੋ ਸਕਦੀਆਂ। ਜੇਕਰ ਆਪਾਂ ਨੂੰ 5 ਦੀ ਜਗ੍ਹਾ ਉਹ 10 ਵੀ ਕਹਿ ਦਿੰਦਾ ਤਾਂ ਆਪਾਂ 10 ਵੀ ਕੱਢ ਦਿੰਦੇ। ਠੀਕ ਹੈ। ਸੋ ਦੋ ਤਰੀਕੇ ਦੱਸੇ ਆ ਕਿ ਕਿਹੜੇ ਤਰੀਕੇ ਦੇ ਨਾਲ ਪ੍ਰਮੇय ਸੰਖਿਆਵਾਂ ਕੋਈ ਦੋ ਨੰਬਰਾਂ ਦੇ ਵਿੱਚੋਂ ਕੱਢੀਆਂ ਜਾ ਸਕਦੀਆਂ। ਤੁਸੀਂ ਵੀਡੀਓ ਨੂੰ ਰਿਵਾਈਂਡ ਕਰਕੇ ਦੇਖ ਸਕਦੇ ਹੋ। ਠੀਕ ਹੈ। ਇਹ ਚੀਜ਼ਾਂ ਨੂੰ ਟ੍ਰਿਕਾਂ ਨੂੰ ਯਾਦ ਰੱਖਣਾ ਪੇਪਰ ਦੇ ਲਈ। ਸੋ ਅੱਗੇ ਗੱਲ ਕਰਦੇ ਹਾਂ ਅਪਰਿਮੇय ਸੰਖਿਆਵਾਂ। ਅਪਰਿਮੇय ਸੰਖਿਆਵਾਂ ਮਤਲਬ ਇਰਰੈਸ਼ਨਲ ਨੰਬਰ। ਇਰਰੈਸ਼ਨਲ ਨੰਬਰ। ਠੀਕ ਹੈ। ਇਰਰੈਸ਼ਨਲ ਨੰਬਰ ਦੇ ਬਾਰੇ ਹੁਣ ਦੇਖਦੇ ਹਾਂ ਕਿ ਇਰਰੈਸ਼ਨਲ ਨੰਬਰ ਹੈ ਕੀ ਆ। ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਇਹਦੇ ਬਾਰੇ ਪਤਾ ਕਰ ਲਈਏ ਕਿ ਇਰਰੈਸ਼ਨਲ ਨੰਬਰ ਜੋੜੇ ਕਿਵੇਂ ਗਏ ਆਪਣੀ ਸੰਖਿਆ ਪ੍ਰਣਾਲੀ ਦੇ ਵਿੱਚ। ਇੱਕ ਪਾਈਥਾਗੋਰਸ ਦਾ ਨਾਂ ਸੁਣਿਆ ਹੋਏਗਾ। ਪਾਈਥਾਗੋਰਸ ਥਿਊਰਮ ਦਾ ਨਾਂ ਸਭ ਨੇ ਸੁਣਿਆ ਹੋਏਗਾ। ਸੋ ਪਾਈਥਾਗੋਰਸ ਨੇ ਦੇ ਇੱਕ ਸ਼ਾਗਿਰਦ ਸੀ। ਉਹਨਾਂ ਨੇ ਕੀ ਕੀਤਾ ਇਸ ਚੀਜ਼ ਦਾ ਪਤਾ ਲਗਾਇਆ। ਪਾਈਥਾਗੋਰਸ ਦੇ ਇੱਕ ਸ਼ਾਗਿਰਦ ਸੀ। ਉਹਨਾਂ ਨੇ ਕੀ ਕੀਤਾ ਇਹਨਾਂ ਸੰਖਿਆਵਾਂ ਦਾ ਪਤਾ ਲਗਾਇਆ ਸੀ। ਇਰਰੈਸ਼ਨਲ ਨੰਬਰ ਜੋ ਨੇ ਉਹਨਾਂ ਦਾ ਪਤਾ ਲਗਾਇਆ ਸੀ ਪਾਈਥਾਗੋਰਸ ਦੇ ਇੱਕ ਸ਼ਾਗਿਰਦ ਨੇ। ਸੋ ਪਾਈਥਾਗੋਰਸ ਸੰਖਿਆਵਾਂ ਜੋ ਨੇ ਉਹ ਕਿਹੜੀਆਂ ਨੇ √2 √3 √5 ਐਵੇਂ √7 ਔਰ ਪਾਈ ਔਰ 0.1011101110 ਮਤਲਬ ਕੀ ਹੈ ਇਹ ਅਸ਼ਾਂਤ ਦਸ਼ਮਲਵ ਚੱਲੀ ਜਾਂਦੀ ਹੈ। ਠੀਕ ਹੈ। ਇੱਕ ਜਗ੍ਹਾ ਤੋਂ ਬਾਅਦ ਕੀ ਹੈ ਨੰਬਰ ਰਿਪੀਟ ਹੋਣੇ ਸ਼ੁਰੂ ਹੋ ਰਹੇ ਆ। ਠੀਕ ਹੈ। ਇਹ ਦੱਸਾਂਗਾ ਕਿਵੇਂ ਰਿਪੀਟ ਹੁੰਦੇ ਆ। ਸੋ ਆਪਾਂ ਇਰਰੈਸ਼ਨਲ ਨੰਬਰ ਦੇ ਵਿੱਚ ਦੇਖ ਲਏ ਕਿ ਕਿਹੜੇ ਇਰਰੈਸ਼ਨਲ ਨੰਬਰ ਆਉਂਦੇ ਆ। ਸੋ ਇਰਰੈਸ਼ਨਲ ਨੰਬਰ ਨੂੰ ਅਗਰ ਡਿਫਾਈਨ ਕਰਨਾ ਹੋਏ ਤਾਂ ਆਪਾਂ ਕੀ ਕਹਿ ਸਕਦੇ ਹਾਂ ਕੋਈ ਵੀ ਸੰਖਿਆ ਐਸ ਹੈ ਮਤਲਬ ਐਸ ਨੂੰ ਤਾਂ ਹੀ ਇਰਰੈਸ਼ਨਲ ਨੰਬਰ ਕਿਹਾ ਜਾ ਸਕਦਾ ਹੈ ਜੇਕਰ ਇਸ ਨੂੰ p/q ਦੇ ਰੂਪ ਵਿੱਚ ਨਾ ਲਿਖਿਆ ਜਾ ਸਕੇ। ਜੇਕਰ ਇਸ ਨੂੰ p/q ਦੇ ਰੂਪ ਵਿੱਚ ਨਾ ਲਿਖਿਆ ਜਾ ਸਕੇ ਜਿੱਥੇ p ਅਤੇ q ਕੀ ਨੇ ਸੰਪੂਰਨ ਸੰਖਿਆਵਾਂ ਨੇ ਮਤਲਬ p ਅਤੇ q ਕੀ ਨੇ ਇੰਟੀਜ਼ਰ ਨੇ ਔਰ q ਕੀ ਆ ਨੋਟ ਇਕੁਅਲ ਟੂ 0 ਹੈ। ਸੋ ਬੇਸਿਕਲੀ ਈਜ਼ੀ ਵੇ ਨਾਲ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਸੰਖਿਆਵਾਂ ਅਪਰਿਮੇय ਨੇ ਜਿਨ੍ਹਾਂ ਦਾ ਆਪਾਂ p/q ਦੇ ਵਿੱਚ ਨਹੀਂ ਲਿਖ ਸਕਦੇ ਔਰ ਨਾ ਹੀ ਉਹ ਨੈਚੁਰਲ ਨੰਬਰ ਦੇ ਰੂਪ ਵਿੱਚ ਲਿਖੀਆਂ ਜਾ ਸਕਦੀਆਂ ਕਿਉਂਕਿ p/q ਦੇ ਵਿੱਚ ਕਿਹੜੀਆਂ ਸੰਖਿਆਵਾਂ ਆ ਜਾਂਦੀਆਂ ਪਹਿਲਾਂ ਦੱਸ ਚੁੱਕੇ ਹਾਂ ਨੈਚੁਰਲ ਨੰਬਰ ਹੋਲ ਨੰਬਰ ਔਰ ਇੰਟੀਜ਼ਰ। ਠੀਕ ਹੈ। ਇਹ ਕੀ ਆ ਰੈਸ਼ਨਲ ਨੰਬਰ ਦੇ ਵਿੱਚ ਆਉਂਦੇ ਆ। ਇਹ ਕੀ ਆ ਰੈਸ਼ਨਲ ਨੰਬਰ ਦੇ ਵਿੱਚ ਆਉਂਦੇ ਆ। ਰੈਸ਼ਨਲ ਨੰਬਰ ਦੇ ਵਿੱਚ ਆ ਰਹੇ ਆ ਤਾਂ ਇਰਰੈਸ਼ਨਲ ਨੰਬਰ ਦੇ ਵਿੱਚ ਇਹ ਨੰਬਰ ਨਹੀਂ ਆਉਣਗੇ। ਠੀਕ ਹੈ। ਤੁਸੀਂ ਦੇਖੋਗੇ √4 ਕੀ ਹੈ ਇਹ ਰੈਸ਼ਨਲ ਨੰਬਰ ਹੈ। ਕਿਉਂ ਹੈ ਰੈਸ਼ਨਲ ਨੰਬਰ ਜਦੋਂ ਆਪਾਂ 2 ਦਾ ਸਕੇਅਰ ਕਰਕੇ ਲਿਖਦੇ ਹਾਂ ਤਾਂ ਇਹ ਸਕੇਅਰ ਰੂਟ ਕੀ ਹੈ ਕੱਟਿਆ ਜਾਂਦਾ ਸਕੇਅਰ ਨਾਲ। ਸੋ ਇਹਦਾ ਸੋਲਿਊਸ਼ਨ ਕੀ ਆਉਂਦਾ 2 ਔਰ 2 ਕੀ ਹੈ ਇੱਕ ਨੈਚੁਰਲ ਨੰਬਰ ਹੈ ਇੱਕ ਹੋਲ ਨੰਬਰ ਵੀ ਹੈ ਔਰ ਇੱਕ ਕੀ ਹੈ ਸੰਪੂਰਨ ਨੰਬਰ ਵੀ ਹੈ। ਸੋ ਇਹ ਅਗਰ ਨੈਚੁਰਲ ਨੰਬਰ ਹੈ ਤਾਂ ਇਹ ਕੀ ਹੈ ਰੈਸ਼ਨਲ ਨੰਬਰ ਵੀ ਹੋਏਗਾ। ਕੀ ਹੋਏਗਾ ਰੈਸ਼ਨਲ ਨੰਬਰ ਵੀ ਹੋਏਗਾ। ਸੋ ਜਿਨ੍ਹਾਂ ਦਾ ਪੂਰਾ ਸਕੇਅਰ ਰੂਟ ਹੋ ਜਾਂਦਾ ਹੈ ਉਹ ਕੀ ਆ ਰੈਸ਼ਨਲ ਨੰਬਰ ਨੇ। √2 ਦਾ ਸਕੇਅਰ ਰੂਟ ਨਹੀਂ ਹੁੰਦਾ √3 ਦਾ ਨਹੀਂ ਹੁੰਦਾ √5 ਦਾ ਨਹੀਂ ਹੁੰਦਾ √7 ਦਾ ਨਹੀਂ ਹੁੰਦਾ। ਸੋ ਜਿੰਨੇ ਵੀ ਪ੍ਰਾਈਮ ਨੰਬਰ ਨੇ ਅਗਰ ਉਹਨਾਂ ਦਾ ਸਕੇਅਰ ਰੂਟ ਕੀਤਾ ਜਾਏਗਾ ਤਾਂ ਉਹ ਕੀ ਹੋਏਗਾ ਨਹੀਂ ਹੋਏਗਾ ਔਰ ਇਹੋ ਜਿਹੀਆਂ ਸੰਖਿਆਵਾਂ ਕੀ ਹੋ ਜਾਣਗੀਆਂ ਇਰਰੈਸ਼ਨਲ ਨੰਬਰ ਹੋ ਜਾਣਗੀਆਂ। ਓਕੇ। ਸੋ ਇਰਰੈਸ਼ਨਲ ਨੰਬਰ ਬਾਰੇ ਪਤਾ ਲੱਗ ਗਿਆ ਨਾ। ਹੁਣ ਆਪਾਂ ਗੱਲ ਕਰਦੇ ਹਾਂ ਰੀਅਲ ਨੰਬਰ। ਰੀਅਲ ਨੰਬਰ ਕਿਹੜੇ ਹੋਣਗੇ ਮਤਲਬ ਵਾਸਤਵਿਕ ਸੰਖਿਆਵਾਂ। ਵਾਸਤਵਿਕ ਸੰਖਿਆਵਾਂ ਵਾਲਾ ਵੈਸੇ ਚੈਪਟਰ ਹੋ ਚੁੱਕਿਆ ਫਿਰ ਵੀ ਮੈਂ ਦੱਸ ਦਿੰਦਾ
ਵਾਸਤਵਿਕ ਸੰਖਿਆਵਾਂ ਵਿੱਚ ਕੀ ਹੁੰਦਾ, ਜਦੋਂ ਰੈਸ਼ਨਲ ਨੰਬਰ ਪਲੱਸ ਇਰਰੈਸ਼ਨਲ ਨੰਬਰ ਨੂੰ ਜਦੋਂ ਐਡ ਕੀਤਾ ਜਾਏ ਤਾਂ ਉਹ ਕੀ ਬਣ ਜਾਂਦੇ ਆ, ਵਾਸਤਵਿਕ ਸੰਖਿਆਵਾਂ। ਜਦੋਂ ਰੈਸ਼ਨਲ ਨੰਬਰ ਮਤਲਬ ਪਰਿਮੇਜ ਸੰਖਿਆਵਾਂ ਪਲੱਸ अपरिमेय संख्यावां जोड़ जाण तां की हो जाणगियां, वास्तविक अंक बनाउणगियां। ठीक है, सो ये क्लीयर हो गया होएगा सब नूं। आपां रियल नंबर नूं किस नाल शो करदे हां, आर नाल। ठीक है, रियल नंबर नूं आर नाल शो किया जाता है मैथ दे विच। सो रियल नंबर दे विच रैशनल प्लस इररैशनल नंबर आ जाते हैं। ठीक है, इसलिए असी की कह सकते हैं कि रैशनल नंबर और इररैशनल नंबर मिला के इन्हों भी की है नंबर लाइन ते शो किया जा सकता है। जेकर इत्थे 0 है और इत्थे 1 है, जेकर इत्थे 0 है और इत्थे की है 1 है, तो इन्हां दे विच किहड़े-किहड़े संख्यावां होणगियां। मान लो 1/2 है, ये की है एक तरह का रैशनल नंबर है। ओके, इधर -1 है, इधर -2 है। सो √2 ਨੂੰ ਵੀ ਇੱਥੇ ਜਾ ਆਪਾਂ डिफाइन कर सकते हैं। सो ये की है इररैशनल नंबर है और 1/2 की है रैशनल नंबर है। सो नंबर लाइन ते आपां रियल नंबर ਨੂੰ ਵੀ शो कर सकते हैं। ठीक है, नंबर लाइन ते जिन्ने भी नंबर ने वो सारिਆਂ ਨੂੰ की है शो किया जा सकता है, चाहे वो नैचुरल नंबर होण, चाहे वो होल नंबर होण, चाहे वो इंटीजर होण, चाहे रियल नंबर होण, चाहे रैशनल नंबर होण, चाहे इररैशनल नंबर होण। ओके, ये सारे की है नंबर लाइन ते शो हो जाएंगे। कित्थे भी जिथे भी इन्हों का पॉइंट होएगा सारिਆਂ ਨੂੰ की है संख्या रेखा ते शो किया जा सकता है। अगर कथन के विच पूछ लिया जाए तो तुसी यस दे उपर टिक करोगे। ओके, सो हुण आपां करदे हां नैक्सट चर्चा की है रियल नंबर। रियल नंबर मतलब वास्तविक संख्यावां अते उन्हां दा डेसीमल मतलब दशमलव विस्तार, विस्तार मतलब एक्सपेंशन। ठीक है, रियल नंबर अते उन्हां दा डेसीमल एक्सपेंशन मतलब उन्हां दा दशमलव तक विस्तार। ठीक है, इहदे उपर आपां हुण चर्चा करांगे। सो क्योंकि आपां जो है इररैशनल नंबर बारे घट जाणदे हां और इन्हां दे बारे आपां नूं पता है 2-4 नंबर ही पता ने बेसिकली आपां जो याद रखे हुए आ किहड़े-किहड़े ने वो मैं लिख रहा। इस तो इलावा भी नंबर तो ने लेकिन आपां वो की है याद नहीं गए आपां नूं। ये की ने इररैशनल नंबर ने। ठीक है, इस तो इलावा नंबर ने इररैशनल बहुत ज़्यादा ने, वो की है आपां नूं घट पढ़न या देखण विच मिलदे आ। लेकिन आपां रैशनल नंबर दे बारे की आ ज़्यादा जानते हैं। रैशनल नंबर कोई भी हो सकता है, 1/2, 3/4, 8, -8/5, ये की आ सारे रैशनल नंबर ने। सो इन्हां बारे आपां ज़्यादा जानते हैं। सो आपां की करांगे, सब तो पहलां इन्हां दे बारे चर्चा करांगे कि वास्तविक संख्यावां दे विच जो रैशनल नंबर ने उन्हां दा डेसीमल विस्तार कित्थे तक हो सकता है। ठीक है, सो एग्जाम्पल लैंदे आ। जेकर तुहानूं 10/3 दिता होए और इस दा कहा जाए कि दशमलव तक विस्तार करो, पता करो। सो आपां की करके देखते हैं, 10 ਨੂੰ भाग करांगे 3 नाल, 9 आ जाएगा। इत्थे किन्ने आ गया, 3 आ गया। सो 1 आ गया। फिर आपां की करांगे, क्योंकि 1 है और इधर 3 है, पॉइंट लगा देंगे इत्थे। सो फिर 0 ले लांगे और 3 ते जाएगा तो 9 आ जाएगा। फिर की करांगे 1 अब बचदा है और पॉइंट लिया होया आपां इत्थे 3 ते जाएगा, फिर कितना आ जाएगा, 9 आ जाएगा। फिर 1, फिर 3 ते जाएगा, 9 आ जाएगा। लेकिन वार वार की है यही सेम 1 आ रहा और थले की है 9 आ रहा है। सो ये सीरीज़ की है इस तरह बन जाएगी 3.3333 इवें चलते जाएंगे 3 3। सो इनका डेसीमल विस्तार की है अशांत है, नॉन टर्मीनेटिंग है। ठीक है, सो नॉन टर्मीनेटिंग और टर्मीनेटिंग बारे आप अगे देखांगे। उस तो पहला एक होर एग्जाम्पल लेने इसकी। फॉर एग्जाम्पल 7/8 इसका कहा गया कि दशमलव तक विस्तार पता करो, मतलब डेसीमल जो है एक्सपेंशन पता करो। सो इहदे विच आपां की करांगे, 7/8 करांगे क्योंकि 7 जो है 8 तो छोटा है। सो आपां पॉइंट की है पहलां ही लै लांगे।
ठीक है, 0 ਤੇ ਜਾਏਗਾ। ਸੋ ਆਪਾਂ ਪੁਆਇੰਟ ਕੀ ਪਹਿਲਾਂ ਲੈ ਲਾਂਗੇ ਤਾਂ ਇੱਥੇ ਕੀ ਬਣ ਜਾਏਗਾ 70 ਹੋ ਜਾਏਗਾ। ਸੋ 8 ਤੇ ਜਾਏਗਾ ਤਾਂ 64 ਆ ਜਾਏਗਾ ਇੱਥੇ, ਐਵੇਂ ਹੀ। ਫਿਰ ਕੀ ਬਚਿਆ 6 ਬਚਿਆ, ਪੁਆਇੰਟ ਕਿਉਂਕਿ ਲਗਾਇਆ ਹੋਇਆ ਤਾਂ 60 ਹੋ ਜਾਏਗਾ। ਠੀਕ ਹੈ, ਔਰ ਇਹ 7 ਤੇ ਜਾਏਗਾ ਤਾਂ 56 ਆ ਜਾਏਗਾ। ਫਿਰ ਕਿੰਨਾ 4 ਬਚੇਗਾ ਤਾਂ 0 ਲਗਾ ਕੇ 5 ਤੇ ਜਾਏਗਾ ਤਾਂ 40 ਆ ਜਾਏਗਾ। ਸੋ ਥੱਲੇ ਕੀ ਬਚ ਗਿਆ 0, ਕਿਉਂਕਿ ਇਹ ਪੂਰਾ ਪੂਰਾ ਡਿਫਾਈਨ ਕਰ ਰਿਹਾ ਹੈ, ਇਸ ਲਈ ਇਹ ਕੀ ਹੈ ਸ਼ਾਂਤ ਦਸ਼ਮਲਵ ਹੈ। ਕਿਉਂਕਿ ਇਸ ਤੋਂ ਥੱਲੇ ਆਪਾਂ ਕੀ ਹੈ 0 ਬਚਾ ਲਿਆ, ਔਰ ਇਸ ਦਾ ਸੋਲਿਊਸ਼ਨ ਸਿਰਫ ਇੱਥੇ ਤੱਕ ਹੀ ਹੋਏਗਾ। ਠੀਕ ਹੈ, ਐਵੇਂ ਅਗਰ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੱਤੀ ਜਾਏ 1/7, 1/7 ਦਾ ਕਿਹਾ ਜਾਏ ਕਿ ਦਸ਼ਮਲਵ ਤੱਕ ਵਿਸਤਾਰ ਪਤਾ ਕਰੋ। ਅਗਰ ਆਪਾਂ ਇਸ ਨੂੰ ਭਾਗ ਕਰਕੇ ਦੇਖੀਏ 1/7, ਕਿਉਂਕਿ 1 ਛੋਟਾ ਹੈ, ਸੋ ਆਪਾਂ ਕੀ ਕਰਾਂਗੇ 0 ਲੈ ਕੇ ਪੁਆਇੰਟ ਲਗਾ ਦਾਂਗੇ, ਔਰ ਇਹਨੂੰ ਬਣਾ ਲਿਆ 10। ਠੀਕ ਹੈ, 1 ਤੇ ਜਾਏਗਾ ਤਾਂ 7 ਆ ਜਾਏਗਾ, 3 ਬਾਕੀ ਬਚ ਗਏ ਕਿਉਂਕਿ ਪੁਆਇੰਟ ਲਗਾਇਆ ਹੋਇਆ ਤਾਂ 30 ਬਣ ਗਿਆ। 4 ਤੇ ਜਾਏਗਾ ਤਾਂ 28 ਆ ਜਾਏਗਾ, ਫਿਰ 2 ਬਾਕੀ ਬਚ ਗਏ, ਫਿਰ 2 ਤੇ ਜਾਏਗਾ ਤਾਂ 14 ਆ ਜਾਏਗਾ। ਠੀਕ ਹੈ, 6 ਔਰ 7, 8 ਤੇ ਜਾਏਗਾ ਤਾਂ 56 ਆ ਜਾਏਗਾ। ਫਿਰ ਕਿੰਨਾ ਬਚ ਗਿਆ 4 ਔਰ 40 ਆ ਜਾਏਗਾ। ਠੀਕ ਹੈ, 5 ਤੇ ਜਾਏਗਾ ਤਾਂ 35 ਆ ਜਾਏਗਾ। ਕਿੰਨਾ ਆ ਗਿਆ 5, 50। 7 ਤੇ ਜਾਏਗਾ ਤਾਂ 49 ਆ ਜਾਏਗਾ। ਇੱਕ ਬਾਕੀ ਬਚ ਗਿਆ, ਔਰ ਇੱਥੇ ਅਗਰ ਆਪਾਂ 0 ਲਗਾਵਾਂਗੇ ਤਾਂ ਇਹ ਕੀ ਹੋ ਜਾਏਗਾ, ਜੋ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੇ ਹੀ ਵਾਪਸ ਪਹੁੰਚ ਗਏ। ਹੁਣ ਕੀ ਹੈ ਇਹ ਚੀਜ਼ਾਂ ਨੂੰ ਰਿਪੀਟ ਹੋਣ ਲੱਗ ਜਾਣਗੀਆਂ। ਫਿਰ 1 ਤੇ ਜਾਏਗਾ, ਫਿਰ 4 ਤੇ ਜਾਏਗਾ, ਫਿਰ 2 ਤੇ, ਫਿਰ 8 ਤੇ, ਫਿਰ 5 ਤੇ, ਫਿਰ 7 ਤੇ। ਇੱਥੋਂ ਤੱਕ ਜਾ ਕੇ ਫਿਰ ਕੀ ਆ ਜਾਏਗਾ 10 ਹੀ ਆ ਜਾਏਗਾ। ਫਿਰ 1 ਆਏਗਾ, ਫਿਰ 4 ਆਏਗਾ, ਫਿਰ 2 ਆਏਗਾ, ਫਿਰ 5, ਫਿਰ 7 ਤੱਕ ਪਹੁੰਚ ਜਾਵਾਂਗੇ ਆਪਾਂ। ਸੋ ਇਹ ਕੀ ਹੈ ਵਾਰ-ਵਾਰ ਕੀ ਹੈ ਰਿਪੀਟ ਹੋਏਗਾ। ਸੋ ਇਹ ਆਪਾਂ ਕੀ ਕਹਾਂਗੇ ਅਸ਼ਾਂਤ ਦਸ਼ਮਲਵ। ਇਹ ਕੀ ਕਹਾਂਗੇ ਅਸ਼ਾਂਤ ਦਸ਼ਮਲਵ। ਠੀਕ ਹੈ, ਸੋ ਅਜਿਹੀਆਂ ਸੰਖਿਆਵਾਂ ਜਿਨ੍ਹਾਂ ਦਾ ਦਸ਼ਮਲਵ ਵਿਸਤਾਰ ਸ਼ਾਂਤ ਹੋਵੇ, ਜਿਵੇਂ ਆਪਾਂ ਪਿੱਛੇ ਦੇਖਿਆ ਸੀ ਨਾ ਕਿ ਜਦੋਂ ਆਪਾਂ 7 ਨੂੰ 8 ਨਾਲ ਭਾਗ ਕਰਦੇ ਹਾਂ ਤਾਂ ਆਪਣੇ ਕੋਲ ਕੀ ਆਨਸਰ ਆਇਆ ਸੀ 0.875। ਇਹ ਕੀ ਹੈ ਸ਼ਾਂਤ ਦਸ਼ਮਲਵ ਹੈ, ਕਿਉਂਕਿ ਅਜਿਹੀਆਂ ਸੰਖਿਆਵਾਂ ਜਿਨ੍ਹਾਂ ਦਾ ਦਸ਼ਮਲਵ ਵਿਸਤਾਰ ਸ਼ਾਂਤ ਹੋਵੇ, ਮਤਲਬ ਟਰਮੀਨੇਟਿੰਗ ਹੋਵੇ, ਤਾਂ ਉਹਨਾਂ ਨੂੰ ਕੀ ਕਹਿੰਦੇ ਆ ਸ਼ਾਂਤ ਦਸ਼ਮਲਵ ਸੰਖਿਆਵਾਂ ਕਹਿੰਦੇ ਆ। ਠੀਕ ਹੈ, ਔਰ ਅਜਿਹੀਆਂ ਸੰਖਿਆਵਾਂ ਜਿਨ੍ਹਾਂ ਦਾ ਵਿਸਤਾਰ ਅਸ਼ਾਂਤ ਹੋਵੇ, ਮਤਲਬ ਇੱਕ ਨੰਬਰ ਤੋਂ ਬਾਅਦ ਆ ਕੇ ਉਹ ਕੀ ਹੈ ਰਿਪੀਟ ਹੋਣੀਆਂ ਸ਼ੁਰੂ ਹੋ ਜਾਣ, ਤਾਂ ਉਹ ਕੀ ਹੋਣਗੀਆਂ ਅਸ਼ਾਂਤ ਦਸ਼ਮਲਵ, ਮਤਲਬ ਨੋਨ ਟਰਮੀਨੇਟਿੰਗ ਰਿਕਿਊਰਿੰਗ। ਠੀਕ ਹੈ, ਨੋਨ ਟਰਮੀਨੇਟਿੰਗ ਰਿਕਿਊਰਿੰਗ ਹੋਣਗੀਆਂ। ਸੋ ਇਸ ਚਰਚਾ ਤੋਂ ਆਪਾਂ ਬਾਅਦ ਕੀ ਕਹਿ ਸਕਦੇ ਹਾਂ ਕਿ ਜੋ ਰੈਸ਼ਨਲ ਨੰਬਰ ਹੋਣਗੇ, ਜੋ ਵੀ ਰੈਸ਼ਨਲ ਨੰਬਰ ਹੋਣਗੇ, ਕਿਉਂਕਿ ਆਪਾਂ ਰੈਸ਼ਨਲ ਨੰਬਰ ਦੇ ਬਾਰੇ ਹੀ ਦੇਖ ਰਹੇ ਸੀ, ਰੈਸ਼ਨਲ ਨੰਬਰ ਜੋ ਹੋਣਗੇ ਉਹਨਾਂ ਦਾ ਦਸ਼ਮਲਵ ਤੱਕ ਵਿਸਤਾਰ ਕੀ ਹੋਏਗਾ, ਮਤਲਬ ਡੈਸੀਮਲ ਜੋ ਐਕਸਪੈਂਸ਼ਨ ਹੋਏਗਾ ਉਹ ਦੋ ਤਰੀਕੇ ਨਾਲ ਹੋ ਸਕਦਾ ਹੈ। ਇੱਕ ਤਾਂ ਸ਼ਾਂਤ ਹੋ ਸਕਦਾ ਹੈ ਔਰ ਦੂਸਰਾ ਹੋ ਸਕਦਾ ਹੈ ਅਸ਼ਾਂਤ। ਸ਼ਾਂਤ ਮਤਲਬ ਟਰਮੀਨੇਟਿੰਗ ਔਰ ਅਸ਼ਾਂਤ ਮਤਲਬ ਨੋਨ ਟਰਮੀਨੇਟਿੰਗ। ਠੀਕ ਹੈ, ਸੋ ਇਹ ਦੋ ਸਿੱਟੇ ਆਪਾਂ ਕੀ ਹੈ ਚਰਚਾ ਤੋਂ ਬਾਅਦ ਕੱਢ ਲਏ ਆ। ਸੋ ਇੱਕ ਐਗਜ਼ਾਮਪਲ ਹੈ, ਇੱਕ ਕੁਐਸਚਨ ਹੀ ਹੈ, ਕੁਐਸਚਨ ਨੂੰ ਸੋਲਵ ਕਰਨਾ ਹੈ। ਜੇਕਰ ਤੁਹਾਨੂੰ ਦਿੱਤਾ ਹੋਏ 0.3333 ਇਜ਼ ਇਕੁਅਲ ਟੂ 0.3 ਬਾਰ ਨੂੰ ਕੀ ਕਰਨਾ ਹੈ ਪੀ ਕਿਊ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਜਾਂ ਨਹੀਂ, ਇਹ ਤੁਸੀਂ ਦੱਸਣਾ ਹੈ। ਔਰ ਪੀ ਕਿਊ ਦੇ ਰੂਪ ਵਿੱਚ ਕਿਵੇਂ ਦਰਸਾਉਣਾ ਹੈ ਇਹ ਮੈਂ ਸੋਲਵ ਕਰਕੇ ਦੱਸਦਾ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੈ ਕਿ ਆ ਜੋ ਦਿੱਤਾ ਹੋਇਆ ਇਹ ਪੀ ਕਿਊ ਦੇ ਰੂਪ ਵਿੱਚ ਕੀ ਟਰਮ ਹੈ। ਸੋ ਆਪਾਂ ਕੀ ਕਰਾਂਗੇ, ਸਪੋਜ਼ ਕਰਾਂਗੇ ਕਿ ਜੋ x ਹੈ ਉਹ ਕਿਹਦੇ ਇਕੁਅਲ ਹੈ ਇਹ ਵਾਲੀ ਟਰਮ ਦੇ। ਸੋ ਜੋ x ਹੈ ਉਹ ਕੀ ਹੈ 0.3333 ਦੇ ਇਕੁਅਲ ਹੈ। ਠੀਕ ਹੈ, ਸੋ ਆਪਾਂ ਕੀ ਕਰਾਂਗੇ ਇੱਥੇ ਕੋਈ ਟ੍ਰਿਕ ਯੂਜ਼ ਕਰਨ ਦੀ ਲੋੜ ਹੈ। ਉਹ ਕੀ ਕਰਾਂਗੇ ਦੋਵਾਂ ਪਾਸੇ ਕੀ ਹੈ 10 ਨਾਲ ਮਲਟੀਪਲਾਈ ਕਰਾਂਗੇ। ਜੇਕਰ ਇਹਨੂੰ 10 ਨਾਲ ਮਲਟੀਪਲਾਈ ਕੀਤਾ ਤਾਂ ਇਹ 10x ਹੋ ਜਾਏਗਾ, ਔਰ ਇਹਨੂੰ ਜਦੋਂ ਆਪਾਂ 10 ਨਾਲ ਮਲਟੀਪਲਾਈ ਕਰਾਂਗੇ ਤਾਂ 0.33333 ਇਹ ਕੀ ਹੋ ਜਾਏਗਾ 3.333। ਇਹ ਕੀ ਹੈ ਚੱਲ ਰਿਹਾ ਕਿਉਂਕਿ ਇੱਥੇ ਬਾਰ ਲੱਗੀ ਹੋਈ ਹੈ। ਓਕੇ, ਸੋ ਇਹ ਆਪਣੇ ਕੋਲ ਇਸ ਦਾ ਸੋਲਿਊਸ਼ਨ ਆ ਜਾਏਗਾ।
ਸੋ ਹੁਣ ਆਪਾਂ ਕੀ ਕਰਾਂਗੇ, ਇਸ ਨੂੰ ਕਿਵੇਂ ਲਿਖ ਸਕਦੇ ਹਾਂ? ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਇਸ ਵਾਲੀ ਟਰਮ ਨੂੰ, ਕਿ 3 3 3 ਔਰ 3 ਇੱਥੇ ਪੁਆਇੰਟ ਹੈ। ਜੇਕਰ ਇਸ ਨੂੰ ਮੈਂ ਇਸ ਤਰ੍ਹਾਂ ਲਿਖਦਾ 3 + x, ਤਾਂ ਕੋਈ ਗਲਤੀ ਤਾਂ ਨਹੀਂ ਹੈ ਇਸ ਦੇ ਵਿੱਚ, ਕਿਉਂਕਿ x ਦੀ ਵੈਲਿਊ ਕਿੰਨੀ ਹੈ, a ਵਾਲੀ। ਜੇਕਰ 3 ਦੇ ਵਿੱਚ ਆਪਾਂ a ਐਡ ਕਰਾਂਗੇ ਤਾਂ ਆਪਣੇ ਕੋਲ ਇਹੀ ਆਏਗਾ। ਤੁਸੀਂ ਐਡ ਕਰਕੇ ਦੇਖ ਸਕਦੇ ਹੋ, ਠੀਕ ਹੈ। ਹੁਣ ਆਪਾਂ ਕੀ ਹੈ, ਇੱਥੇ ਤੱਕ ਪਹੁੰਚ ਗਏ ਕਿ ਇਹ ਇਸ ਦੇ ਇਕੁਅਲ ਹੈ। ਸੋ ਅਗਲੇ ਪੇਜ ਤੇ ਦੇਖਦੇ ਹਾਂ ਕਿਵੇਂ ਇਸ ਦਾ ਸੋਲਿਊਸ਼ਨ ਨਿਕਲਣਾ ਹੈ। ਸੋ ਆਪਾਂ ਕੀ ਕਿਹਾ, 10x ਜੋ ਹੈ ਉਹ ਕਿਹਦੇ ਇਕੁਅਲ ਹੈ, 3 + x ਦੇ, ਠੀਕ ਹੈ। 3 + x ਦੇ ਇਕੁਅਲ ਹੈ 10x, ਓਕੇ। ਸੋ ਆਪਾਂ ਕੀ ਕਰਾਂਗੇ, ਇੱਥੋਂ ਆਪਾਂ x ਨੂੰ ਸੋਲਵ ਕਰ ਲਾਂਗੇ। ਜੇਕਰ x ਨੂੰ ਇੱਧਰ ਲੈ ਕੇ ਜਾਇਆ ਜਾਏ, 10x - x ਹੋ ਜਾਏਗਾ, ਕਿਹਦੇ ਇਕੁਅਲ ਹੈ 3 ਦੇ। ਇਹ ਹੈ 9x ਹੋ ਜਾਏਗਾ ਔਰ ਇਹ 3 ਹੋ ਜਾਏਗਾ। ਸੋ x ਦੀ ਵੈਲਿਊ ਕੱਢਣ ਲਈ 9 ਨੂੰ ਕੀ ਹੈ, ਇਸ ਪਾਸੇ ਲਿਆਵਾਂਗੇ ਤਾਂ ਭਾਗ ਦੇ ਰੂਪ ਵਿੱਚ ਆਏਗਾ। ਸੋ ਇਹ ਜਦੋਂ ਕੱਟਾਂਗੇ ਤਾਂ 1/3 ਆ ਜਾਏਗਾ। ਸੋ ਜਦੋਂ ਆਪਾਂ 0.3 ਬਾਰ ਨੂੰ PQ ਦੇ ਰੂਪ ਵਿੱਚ ਲਿਖਣਾ ਹੋਏ ਤਾਂ ਆਪਾਂ ਕੀ ਲਿਖਾਂਗੇ, 1/3, ਠੀਕ ਹੈ। 1/3 ਦੇ ਰੂਪ ਵਿੱਚ x ਦੀ ਵੈਲਿਊ ਆਪਾਂ ਕੱਢੀ ਹੈ। ਸੋ ਇਹ ਇਸ ਦਾ ਆਨਸਰ ਹੋਏਗਾ। ਇੱਕ ਹੋਰ ਐਗਜ਼ਾਮਪਲ ਦਿੰਨਾ ਤਾਂ ਕਿ ਤੁਹਾਨੂੰ ਕੀ ਹੈ, ਥੋੜ੍ਹਾ ਜਿਹਾ ਕਲੀਅਰ ਹੋ ਜੇ। ਫੋਰ ਐਗਜ਼ਾਮਪਲ, ਇੱਕ ਟਰਮ ਦਿੱਤੀ ਹੋਈ 1.272727 ਔਰ ਇਹ ਚਲਦੀ ਜਾਂਦੀ ਹੈ, ਮਤਲਬ ਅਸ਼ਾਂਤ ਹੈ। ਔਰ ਇਹਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ, 1.27 ਬਾਰ ਸਿਰਫ 27 ਤੇ ਕਿਉਂ ਲਗਾਇਆ, ਕਿਉਂਕਿ 27 ਹੀ ਰਿਪੀਟ ਹੋ ਰਿਹਾ ਵਾਰ-ਵਾਰ, ਠੀਕ ਹੈ। ਇਸ ਨੂੰ ਜੇਕਰ P/Q ਦੇ ਵਿੱਚ ਲਿਖਣਾ ਹੋਏ, ਇੱਥੇ ਕੀ ਹੈ, ਦਸ਼ਮਲਵ ਹੈ, ਓਕੇ। ਜੇਕਰ ਇਸ ਨੂੰ P/Q ਦੇ ਵਿੱਚ ਰੂਪ ਵਿੱਚ ਲਿਖਣਾ ਹੋਏ, ਜਿੱਥੇ Q ਕੀ ਹੈ, ≠ 0 ਹੈ। ਸੋ ਇਸ ਨੂੰ ਕਿਵੇਂ ਸੋਲਵ ਕਰਾਂਗੇ? ਸੋ ਇੱਥੇ ਵੀ ਆਪਾਂ ਇੱਕ ਟ੍ਰਿਕ ਲਗਾਵਾਂਗੇ। ਸੋ ਕੀ ਕਰਾਂਗੇ, ਮੰਨ ਲਾਂਗੇ ਕਿ ਜੋ x ਹੈ ਉਹ ਕਿਹਦੇ ਇਕੁਅਲ ਹੈ, 1.272727 ਦੇ, ਠੀਕ ਹੈ। ਔਰ ਦੋਨਾਂ ਪਾਸੇ ਕੀ ਕਰਾਂਗੇ, 100 ਨਾਲ ਮਲਟੀਪਲਾਈ ਕਰ ਦਾਂਗੇ। 100 ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਆ ਜਾਏਗਾ, 2 ਜੋ ਪੁਆਇੰਟ ਹੈ ਉਹ ਪਿੱਛੇ ਚਲ ਜਾਏਗਾ, ਇੱਥੇ ਆ ਜਾਏਗਾ ਨਾ 2727, ਓਕੇ। ਇਹ ਇਸ ਦਾ ਇੱਥੋਂ ਤੱਕ ਸੋਲਿਊਸ਼ਨ ਹੈ। ਅੱਗੇ ਦੇਖਦੇ ਹਾਂ, ਜੇਕਰ ਇਹ ਵਾਲੀ ਟਰਮ ਨੂੰ ਮੈਂ ਕੁਛ ਇਸ ਤਰੀਕੇ ਨਾਲ ਲਿਖਦਾ, ਸੋ x = 126 + 1272727, ਇਹ ਕਿਹਦੇ ਇਕੁਅਲ ਹੈ, ਇਹ ਮੰਨਿਆ ਸੀ ਮੈਂ x, ਓਕੇ। ਇਹ x ਦੇ ਇਕੁਅਲ ਹੈ ਔਰ ਇਹ ਕੀ ਹੈ, x ਦੀ ਵੈਲਿਊ ਲਿਖੀ ਆਪਾਂ। ਸੋ ਇਹ ਕੀ ਹੈ, 100x ਕਿਹਦੇ ਇਕੁਅਲ ਹੋ ਗਿਆ, 126 + x ਦੇ ਇਕੁਅਲ ਹੋ ਗਿਆ, ਠੀਕ ਹੈ। ਸੋ ਹੁਣ ਆਪਾਂ ਕੀ ਕਰਾਂਗੇ, x ਦੀ ਵੈਲਿਊ ਪਤਾ ਕਰ ਲਾਂਗੇ। 100x ਜਦੋਂ x ਨੂੰ ਇੱਧਰ ਲੈ ਕੇ ਆਏ, -x = 126, ਇਹ ਕੀ ਹੋ ਗਿਆ, 99x, 126 x 126/99, ਓਕੇ। ਜਦੋਂ ਇਹਨੂੰ ਕੱਟ ਲਾਂਗੇ ਤਾਂ 14/11 ਆ ਜਾਏਗਾ, ਠੀਕ ਹੈ। ਸੋ ਕੀ ਹੋਇਆ ਇਸ ਦਾ ਸੋਲਿਊਸ਼ਨ, 1.272727 = 1.27 ਬਾਰ ਦਾ PQ ਰੂਪ ਜੋ ਕੀ ਹੈ, ਉਹ ਕੀ ਹੈ, 14/11, 14/11, ਠੀਕ ਹੈ। ਸੋ ਇੱਕ ਕੁਐਸਚਨ ਤੁਸੀਂ ਸੋਲਵ ਕਰਨਾ ਹੈ, ਉਹ ਤੁਹਾਡੇ ਲਈ ਹੈ। ਤੁਸੀਂ ਇਸ ਦਾ ਆਨਸਰ ਕਮੈਂਟ ਕਰੋਗੇ। ਕੁਐਸਚਨ ਨੰਬਰ 2 ਹੈ, ਤੁਸੀਂ 2 ਨੰਬਰ ਲਿਖੋਗੇ। ਜੇਕਰ 0.235335 = 0.235 ਬਾਰ ਸਿਰਫ ਕਿੰਦੇ ਤੇ ਹੈ, 35 ਤੇ, ਇਹ ਯਾਦ ਰੱਖਣਾ ਹੈ ਕਿਉਂਕਿ 35 ਰਿਪੀਟ ਹੋ ਰਿਹਾ। ਸੋ ਅਗਰ ਇਸ ਨੂੰ P/Q ਦੇ ਰੂਪ ਵਿੱਚ ਲਿਖਣਾ ਹੋਏ ਤਾਂ ਕਿਵੇਂ ਲਿਖ ਸਕਦੇ ਹੋ, ਜਿੱਥੇ Q ਕੀ ਹੈ, ≠ 0 ਹੈ। ਇਹ ਤੁਸੀਂ ਸੋਲਵ ਕਰਕੇ ਇਸ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ, ਓਕੇ। ਸੋ ਹੁਣ ਇੱਕ ਕੀ ਹੈ, ਜੋ ਵੀ ਆਪਾਂ ਪੜ੍ਹਿਆ ਉਸ ਨੂੰ ਇੱਕ ਸਿੱਟੇ ਦੇ ਵਿੱਚ ਲਿਖਣਾ ਹੋਵੇ, ਇੱਕ ਕਨਕਲੂਜ਼ਨ ਦੇ ਵਿੱਚ ਕਹਿਣਾ ਹੋਏ, ਸੋ ਕੀ ਕਹਾਂਗੇ, ਜੋ ਵੀ ਇੱਕ ਰੈਸ਼ਨਲ ਨੰਬਰ ਹੋਏਗਾ, ਮਤਲਬ ਪਰਿਮੇਜ ਅੰਕ ਹੋਏਗਾ,
ਉਸ ਦਾ ਦਸ਼ਮਲਵ ਤੱਕ ਵਿਸਤਾਰ ਮਤਲਬ ਡੈਸੀਮਲ ਐਕਸਪੈਂਸ਼ਨ ਜਾਂ ਤਾਂ ਸ਼ਾਂਤ ਹੋਏਗਾ ਜਾਂ ਅਸ਼ਾਂਤ ਹੋਏਗਾ। ਠੀਕ ਹੈ, ਜਾਂ ਤਾਂ ਸ਼ਾਂਤ ਹੁੰਦਾ ਹੈ ਜਾਂ ਅਸ਼ਾਂਤ ਆਵਰਤੀ ਹੁੰਦਾ ਹੈ। ਮਤਲਬ ਅਸ਼ਾਂਤ ਆਵਰਤੀ, ਆਵਰਤੀ ਦਾ ਮਤਲਬ ਵਾਰ-ਵਾਰ ਕੀ ਹੈ, ਰਿਪੀਟ ਹੋ ਰਿਹਾ। ਠੀਕ ਹੈ, ਸੋ ਉਹ ਸੰਖਿਆ ਜਿਸ ਦਾ ਵਿਸਤਾਰ ਸ਼ਾਂਤ ਜਾਂ ਅਸ਼ਾਂਤ ਹੋਏਗਾ ਉਹ ਰੈਸ਼ਨਲ ਨੰਬਰ ਹੋਏਗੀ। ਠੀਕ ਹੈ, ਇਹ ਵੀ ਤੁਸੀਂ ਇਸ ਨੂੰ ਉਲਟਾ ਕਰਕੇ ਵੀ ਯਾਦ ਰੱਖ ਸਕਦੇ ਹੋ। ਮੈਂ ਰਿਪੀਟ ਕਰ ਰਿਹਾ, ਇੱਕ ਪਰਿਮੇਯ ਸੰਖਿਆ ਦਾ ਦਸ਼ਮਲਵ ਵਿਸਤਾਰ ਜਾਂ ਤਾਂ ਸ਼ਾਂਤ ਹੁੰਦਾ ਹੈ ਜਾਂ ਅਸ਼ਾਂਤ ਹੁੰਦਾ ਹੈ। ਠੀਕ ਹੈ, ਨਾਲ ਹੀ ਉਹ ਸੰਖਿਆ ਜਿਸ ਦਾ ਦਸ਼ਮਲਵ ਵਿਸਤਾਰ ਮਤਲਬ ਡੈਸੀਮਲ ਐਕਸਪੈਂਸ਼ਨ ਸ਼ਾਂਤ ਹੋਏ ਜਾਂ ਅਸ਼ਾਂਤ ਹੋਏ ਉਹ ਕਿਹੜੀ ਹੋਏਗੀ, ਪਰਿਮੇਯ ਸੰਖਿਆ। ਠੀਕ ਹੈ, ਸੋ ਇਹ ਤੁਸੀਂ ਯਾਦ ਰੱਖਣਾ ਦੋਨਾਂ ਤਰੀਕਿਆਂ ਨੂੰ ਘੁਮਾ ਫਿਰਾ ਕੇ। ਕੀ ਹੁੰਦਾ ਹੈ ਕਿ ਪੇਪਰ ਦੇ ਵਿੱਚ ਕਥਨ ਕੀ ਹੈ, ਅੱਗੇ ਪਿੱਛੇ ਕਰਕੇ ਪੁੱਛ ਲਿਆ ਜਾਂਦਾ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ अपरिमेय संख्यावां दी। रैशनल नंबर बारे आप की है पढ़ चुके हैं, हुण सिर्फ इररैशनल दे बारे की है पढ़ना है। ठीक है, सिर्फ अगे इर लाता तो अपरिमेय बन गया। सो इन्हां दे बारे पढ़ांगे कि इन्हां दा दशमलव विस्तार जो डैसीमल एक्सपेंशन है वो किस तरह का है। ठीक है, सो जो आप रैशनल नंबर दे विच वेख्या, इन्नी चर्चा करन तो बाद आपां नूं पता लग जाता है कि जो अपरिमेय संख्यावां होणगियां उन्हां दा डैसीमल विस्तार शांत तो होएगा नहीं, शांत नहीं होएगा, अशांत होएगा, अशांत आवर्ती होएगा, अणवर्ती। किवें होएगा, एक एग्जाम्पल लैने आ। √2 की वैल्यू जो है जिसने भी पता की है उसने इसकी वैल्यू कुछ इस तरह लिखी है 1.414213562309504888 इस तरह ये की है चलती जाती है। मतलब की है ये पता ही नहीं ये संख्या की है, अंत हो ही नहीं सकती। सो इसलिए आप इसनूं की कहता, अशांत अण आवर्ती। अण आवर्ती क्यों लिखा, अण आवर्ती क्योंकि इत्थे नंबर रिपीट नहीं हो रहे, कोई भी अंक की है बार बार रिपीट नहीं हो रहा, अलग अलग अंक आ रहे आ। तुसी देख लो 1 पॉइंट तो बाद की है 414213562309504888। इस तो अगे की आ रहा है 72420996, ये की है चलती जा रही है लड़ी। सो आप की है इसकी वैल्यू कड्डांगे तो निकलेगी नहीं, जिन्नी बारी मर्जी तुसी इसनूं भाग करते जाओ ये पूरी तरह कदे नहीं वंडिया जाएगा। सो ये की है अशांत आवर्ती। ठीक है, सो अगर पाई का मुल किसी ने पता नहीं गा तो वह नोट कर लो। पाई के दो मुल ने, एक तो 22/7 है और दूसरा केड़ा है 3.1415। इन्ने तक याद कर लो, ये वैसे अगे चलता जाता है। ठीक है, पाई का मुल भी √2 तरह की है सॉल्व नहीं किया जा सकता, ये अगे चलता जाता है। ठीक है, सो हुण आपां एक रैशनल नंबर के बारे तो आपां एक सॉल्व करके देख लिया क्वेश्चन कि 1 तो लैके 2 तक किन्ने रैशनल नंबर ने, 5 या आपां पता कीते सी। इवें ही हुण की करांगे, आपां इररैशनल नंबर पता करांगे दो संख्यावां दे विच। दो संख्यावां दे विच की पता करांगे, इररैशनल नंबर। सो दो संख्यावां दित्तियां अपने कोल 1/7 अते 2/7 दे विचकार की है एक अपरिमेय संख्या वा, मतलब एक इररैशनल नंबर पता करना है। ठीक है, वो की होएगा। सो आपां की करते हैं 1/7 नूं अगर भाग करते हैं तो अपने कोल की आंदा है, पिछे ही आपां देखिया सी 0.142857। इत्थे की है बार लग रही है क्योंकि इस तो बाद ये नंबर रिपीट होएगा। ठीक है, ये नंबर की है रिपीट हो रहा है, सो इसलिए की है इसके उपर बार लगाती। सो इवें ही आप 2/7 नूं जदों भाग करके देखते हैं तो की आंदा है
285,714 ਇਹਦੇ ਉੱਪਰ ਕੀ ਹੈ ਬਾਰ ਲਗਾਤੀ, ਕਿਉਂਕਿ ਇਸ ਤੋਂ ਬਾਅਦ 285,714 ਇਹ ਕੀ ਹੈ ਰਿਪੀਟ ਹੋਏਗਾ। ਸੋ ਆਪਾਂ ਨੂੰ ਪਤਾ ਲੱਗ ਗਿਆ ਕਿ 1/7 ਔਰ 2/7 ਨੂੰ ਭਾਗ ਕਰਨ 'ਤੇ ਕੀ ਆਪਣੇ ਕੋਲ ਆ ਰਿਹਾ, ਇਹ ਅੰਕ ਆ ਰਿਹਾ। ਕੀ ਆ ਰਿਹਾ, ਇਹ ਵਾਲੇ ਦੋ ਟਰਮਾਂ ਆ ਰਹੀਆਂ। ਸੋ ਆਪਾਂ ਨੂੰ ਕਿਹਾ ਗਿਆ ਕਿ ਇਹਨਾਂ ਦੇ ਵਿਚਕਾਰ ਕੀ ਹੈ, ਇੱਕ ਇਰੈਸ਼ਨਲ ਨੰਬਰ ਪਤਾ ਕਰਨਾ ਹੈ। ਸੋ ਹੁਣ ਆਪਾਂ ਨੂੰ ਬੇਸਿਕਲੀ ਇਹ ਪਤਾ ਲੱਗ ਗਿਆ ਕਿ ਰੈਸ਼ਨਲ ਨੰਬਰ ਜੋ ਹੈ ਉਹ ਆਪਾਂ ਇਹਨਾਂ ਦੇ ਵਿਚਕਾਰ ਪਤਾ ਕਰਨਾ ਹੈ, 0.42857 ਔਰ 0.285714। ਸੋ ਇਹਦੇ ਵਿੱਚ ਕੋਈ ਵੀ ਅੰਕ ਲਿਖ ਦਿਓ, ਉਹ ਕੀ ਹੋਏਗਾ, ਇਰੈਸ਼ਨਲ ਨੰਬਰ ਹੋਏਗਾ। ਸੋ ਜਿਵੇਂ ਮੈਂ ਲਿਖ ਰਿਹਾ 0.1501500150015000 ਇਹ ਕੀ ਆ, ਉਹਨਾਂ ਦੇ ਵਿਚਕਾਰ ਦਾ ਅੰਕ ਹੈ, ਕਿਉਂਕਿ ਉਹਨਾਂ ਦੀ ਵੈਲਿਊ ਕਿੰਨੀ ਕੱਢੀ ਸੀ 0.42857 ਅਤੇ ਦੂਜੇ ਦੀ ਕਿੰਨੀ ਕੱਢੀ ਸੀ, ਇਹ ਹੈ 1/7 ਦੀ ਵੈਲਿਊ। ਦੂਜੇ ਦੀ ਵੈਲਿਊ ਕਿੰਨੀ ਹੈ 0.285714, ਇਹ ਕਿੰਦੀ ਹੈ 2/7 ਦੀ। ਸੋ ਇਹਦੇ ਵਿਚਕਾਰ ਹੀ ਹੈ ਇਹ ਅੰਕ, ਕਿਉਂਕਿ ਇੱਥੇ ਕੀ ਹੈ 0 ਤੋਂ ਬਾਅਦ ਪੁਆਇੰਟ ਲੱਗ ਰਿਹਾ ਨਾ, ਦੋਵਾਂ ਦੇ 0 ਤੋਂ ਬਾਅਦ ਪੁਆਇੰਟ ਲੱਗ ਰਿਹਾ, ਇੱਥੇ ਵੀ 0 ਤੋਂ ਬਾਅਦ ਪੁਆਇੰਟ ਲੱਗ ਰਿਹਾ। ਸੋ ਆਪਾਂ 142 ਤੋਂ 857 ਔਰ 28 57 14 ਦੇ ਵਿਚਕਾਰ ਕੋਈ ਵੀ ਅੰਕ ਲਿਖ ਸਕਦੇ ਹਾਂ। ਸੋ 142 ਤੋਂ ਕੀ ਹੈ 150 ਵੱਡਾ ਹੈ ਔਰ 285 ਤੋਂ 150 ਕੀ ਹੈ ਛੋਟਾ। ਸੋ ਇਹ ਕੀ ਹੈ, ਇਹਦੇ ਵਿਚਕਾਰ ਇੱਕ अपरिमेय संख्या है। ओके, की है इन्हों के विचकार अपरिमेय संख्या है। ठीक है, होप कि इन्ने तक क्लीयर हो गया होएगा। सो इस तो बाद आप की है एक चीज़ होर नोट कर लो, ये सिर्फ जो है कथन है, कथन पेपर के विच पूछा जा सकता है। मैं लिख रहा संख्या रेखा मतलब नंबर लाइन, संख्या रेखा का हरेक बिंदु एक ते सिर्फ एक रियल नंबर नू दर्शाता है। रियल नंबर मतलब वास्तविक नंबर। सो मैं की लिखा वो रिपीट कर रहा क्योंकि जो मार्कर है उस नाल थोड़ा जिहा राइटिंग तुहानूं समझ नहीं आएगी। मैं रिपीट कर रहा, तुसीं आराम नाल नोट कर लेना। संख्या रेखा दा हरेक बिंदु एक अते सिर्फ एक रियल नंबर हुंदा नूं दर्शाता है। ठीक है, कोई भी संख्या रेखा के उपर अगर आप एक नंबर खिंचिया तो सिर्फ एक ही पॉइंट नूं ही दिखाएगा। फॉर एग्जाम्पल ये 0 है और ये 1 है, कोई भी लाइन खिंची है तो वो 1 है। मान लो इत्थे की है, अगर आप हाफ खिंचिया तो ये हाफ नूं ही दिखाएगी ना। सो ये की है सिर्फ एक ही रियल नंबर नूं दिखाएगी। कोई भी अगर संख्या रेखा ते अगर आप पॉइंट खिंच रहे हैं तो एक नंबर नूं ही शो करेगा। ठीक है, उनके विचकार किन्ने नंबर हो सकते हैं दो संख्यावां दे, वो गल अलग दा विषय है। उनके विचकार अनंत भी हो सकते हैं पॉइंट। सो की है संख्या रेखा का हरेक बिंदु एक ते सिर्फ एक वास्तविक संख्या नूं ही दर्शाता है। सो एक होर है वास्तविक संख्यावां ते क्रियावां। वास्तविक संख्यावां ते क्रियावां की कर सकते हैं। मैथ दे विच बेसिकली किहड़ियां क्रियावां हुंदियां सब नूं पता है, या तो जोड़ हुंदा है, माइनस हुंदा है और मल्टीप्लाई हुंदा है और की हुंदा है भाग हुंदा है। ठीक है, ये जो है 4 बेसिकली क्रियावां हुंदियां मैथ दे विच। सो आपां किंदियां क्रियावां दी गल कर रहे हैं, वास्तविक संख्यावां दी उपर क्रियावां मतलब रियल नंबर दे उपर की है क्रियावां करनी है। सो आपां वास्तविक नंबर दे विच आपां नूं पता है किहड़े नंबर हुंदे आ, रैशनल नंबर एंड इरैशनल नंबर होंगे आ। ठीक है, सो आप सब तो पहला रैशनल नंबर के बारे देखांगे, फिर इरैशनल नंबर के उपर क्रियावां देखांगे। ठीक है, सो गल करते हैं रैशनल नंबर के उपर क्रियावां दी। रैशनल मतलब परिमेय संख्यावां। ठीक है, जदों भी दो परिमेय संख्यावां होणगियां, जेकर उन्होंने जोड़िया जाए, घटाया जाए या गुणा की जाए या भाग करिए, या की करिए भाग करिए। ठीक है, भाग करिए। सो जेकर ये जो होएगी भाग 0 नूं छड्ड के होएगी। ठीक है, 0 नूं इनकलूड नहीं करना भाग दे विच, ऐड करन दे विच, गुणा करन दे विच
और घटाਉਣ ਦੇ ਵਿੱਚ ਕੀ ਹੈ ਆਪਾਂ 0 ਨੂੰ ਐਡ ਕਰ ਸਕਦੇ ਹਾਂ, ਲੇਕਿਨ ਜਦੋਂ ਭਾਗ ਕਰ ਰਹੇ ਹੋਵਾਂਗੇ ਉਦੋਂ 0 ਨੂੰ ਇਨਕਲੂਡ ਨਹੀਂ ਕਰਨਾ। ਠੀਕ ਹੈ, ਤਦ ਕੀ ਹੋਏਗਾ, ਸਾਨੂੰ ਇੱਕ ਰੈਸ਼ਨਲ ਨੰਬਰ ਹੀ ਪ੍ਰਾਪਤ ਹੋਏਗਾ। ਜਦੋਂ ਆਪਾਂ ਦੋ ਸੰਖਿਆਵਾਂ ਨੂੰ ਜੋੜਾਂਗੇ, ਜਦੋਂ ਦੋ ਰੈਸ਼ਨਲ ਨੰਬਰਾਂ ਨੂੰ ਜੋੜਾਂਗੇ ਜਾਂ ਦੋ ਰੈਸ਼ਨਲ ਨੰਬਰ ਨੂੰ ਘਟਾਵਾਂਗੇ ਜਾਂ ਉਹਨਾਂ ਦੀ ਗੁਣਾ ਕਰਾਂਗੇ ਜਾਂ ਉਹਨਾਂ ਦੀ ਭਾਗ ਕਰਾਂਗੇ ਤਾਂ ਆਪਾਂ ਨੂੰ ਇੱਕ ਰੈਸ਼ਨਲ ਨੰਬਰ ਹੀ ਪ੍ਰਾਪਤ ਹੋਏਗਾ। ਸੋ ਇੱਥੋਂ ਆਪਾਂ ਕੀ ਕਹਿ ਸਕਦੇ ਹਾਂ, ਜੋ ਰੈਸ਼ਨਲ ਨੰਬਰ ਹੁੰਦੇ ਆ ਉਹ ਜੋੜ, ਘਟਾਓ, ਗੁਣਾ ਅਤੇ ਭਾਗ ਦੇ ਸਮੇਂ ਕੀ ਆ, ਸੀਮਿਤ ਹੁੰਦੇ ਆ, ਬੰਦ ਹੁੰਦੇ ਆ, ਕਲੋਜ਼ਡ ਹੁੰਦੇ ਆ। ਠੀਕ ਹੈ, ਕੀ ਹੁੰਦੇ ਆ, ਕਲੋਜ਼ਡ ਹੁੰਦੇ ਆ। ਠੀਕ ਹੈ, ਫੋਰ ਐਗਜ਼ਾਮਪਲ ਰੈਸ਼ਨਲ ਨੰਬਰ ਲੈ ਸਕਦੇ ਹਾਂ ਆਪਾਂ 1/2 + 1/2। ਜਦੋਂ ਆਪਾਂ ਇਹ ਵੀ ਰੈਸ਼ਨਲ ਨੰਬਰ ਹੈ ਔਰ ਇਹ ਵੀ ਰੈਸ਼ਨਲ ਨੰਬਰ ਹੈ, ਇਸ ਦਾ ਸੋਲੂਸ਼ਨ ਕੀ ਆਏਗਾ 1। ਇਹ ਵੀ ਰੈਸ਼ਨਲ ਨੰਬਰ ਹੀ ਹੈ ਕਿਉਂਕਿ ਨੈਚੁਰਲ ਨੰਬਰ ਜੋ ਨੇ ਉਹ ਸਾਰੇ ਕੀ ਆ, ਰੈਸ਼ਨਲ ਨੰਬਰ ਦੇ ਵਿੱਚ ਇਨਕਲੂਡ ਹੁੰਦੇ ਆ। ਇਵੇਂ ਹੀ 1/2 - 1/2 ਕੀ ਹੈ, ਮਾਈਨਸ ਕਰ ਰਹੇ ਹਾਂ ਹੁਣ, ਕੀ ਸੋਲੂਸ਼ਨ ਨਿਕਲੇਗਾ 0। 0 ਕੀ ਹੈ, ਇੱਕ ਹੋਲ ਨੰਬਰ ਹੈ, ਹੋਲ ਨੰਬਰ ਹੋਣ ਦੇ ਨਾਲ ਕੀ ਹੈ, ਇੱਕ ਰੈਸ਼ਨਲ ਨੰਬਰ ਵੀ ਹੈ। ਠੀਕ ਹੈ, ਇਵੇਂ ਹੀ ਇੱਕ ਹੋਰ ਲੈਂਦੇ ਹਾਂ ਐਗਜ਼ਾਮਪਲ ਗੁਣਾ ਦੀ 1/2 - 1/2 ਮਲਟੀਪਲਾਈ ਕਰਾਂਗੇ ਤਾਂ 1/4 ਆਏਗਾ। ਇਹ ਵੀ ਰੈਸ਼ਨਲ ਹੈ, ਇਹ ਵੀ ਰੈਸ਼ਨਲ ਹੈ, ਇਹ ਵੀ ਰੈਸ਼ਨਲ ਹੈ। ਸੋ ਇਹ ਕੀ ਹੈ, ਗੁਣਾ ਕਰਨ 'ਤੇ ਵੀ ਰੈਸ਼ਨਲ ਨੰਬਰ ਆ ਰਿਹਾ। ਸੋ ਐਵੇਂ ਹੀ ਜਦੋਂ ਆਪਾਂ ਭਾਗ ਕਰਾਂਗੇ, ਇਹਨਾਂ ਨੂੰ ਡਿਵਾਈਡ ਕਰਾਂਗੇ 1/2 ਨੂੰ 1/2 ਨਾਲ 1 ਆਏਗਾ। 1 ਕੀ ਹੈ, ਇੱਕ ਰੈਸ਼ਨਲ ਨੰਬਰ ਹੈ। ਸੋ ਇਹ ਕੀ ਆ, ਜਿੰਨੀਆਂ ਵੀ ਰੈਸ਼ਨਲ ਨੰਬਰ ਨੇ ਉਹ ਜੋੜ ਕਰਨ 'ਤੇ, ਘਟਾਓ ਕਰਨ 'ਤੇ, ਗੁਣਾ ਕਰਨ 'ਤੇ ਅਤੇ ਭਾਗ ਕਰਨ 'ਤੇ ਕੀ ਨੇ, ਕਲੋਜ਼ਡ ਨੇ। ਕੀ ਨੇ, ਕਲੋਜ਼ਡ ਨੇ। ਠੀਕ ਹੈ, ਸੋ ਹੁਣ ਆਪਾਂ ਗੱਲ ਕਰਦੇ ਹਾਂ ਅਪਰਿਮੇਯ ਸੰਖਿਆਵਾਂ ਦੀ। ਇਹਨਾਂ ਦੇ ਉੱਪਰ ਕਿਵੇਂ ਦੀਆਂ ਕਿਰਿਆਵਾਂ ਹੋ ਸਕਦੀਆਂ, ਮਤਲਬ ਇਰਰੈਸ਼ਨਲ ਨੰਬਰ ਦੇ ਉੱਪਰ। ਠੀਕ ਹੈ, IRN ਦਾ ਮਤਲਬ ਹੈ ਇਰਰੈਸ਼ਨਲ ਨੰਬਰ। ਠੀਕ ਹੈ, ਸੋ ਦੇਖੋ ਕਿ ਜਦੋਂ ਆਪਾਂ ਅਪਰਿਮੇਯ ਸੰਖਿਆਵਾਂ ਦੀ ਜੋੜ ਅਤੇ ਗੁਣਾ ਕਰਦੇ ਹਾਂ ਤਾਂ ਉਹ ਕੀ ਹੈ, ਉਹਨਾਂ ਨੂੰ ਆਪਾਂ ਅਗਰ ਉਲਟਾ ਪੁਲਟਾ ਵੀ ਲਿਖ ਦਈਏ ਨਾ ਤਾਂ ਕੋਈ ਫਰਕ ਨਹੀਂ ਪਏਗਾ। ਫੋਰ ਐਗਜ਼ਾਮਪਲ 2 + 3√, ਇਹ ਕੀ ਆ, ਅਪਰਿਮੇਯ ਸੰਖਿਆਵਾਂ ਦਾ ਜੋੜ ਹੈ ਔਰ ਇਹ ਕੀ ਹੈ, ਅਪਰਿਮੇਯ ਸੰਖਿਆਵਾਂ ਦੀ ਗੁਣਾ ਹੈ। ਜੇਕਰ ਇਸ ਨੂੰ ਮੈਂ √3 + 2 ਲਿਖਦਾ ਜਾਂ ਇਸ ਨੂੰ √3 × 2 ਲਿਖਦਾ, ਮਤਲਬ ਇਹ ਵਾਲੀ ਸੰਖਿਆ ਜੋ ਹੈ ਸੈਕਿੰਡ ਨੰਬਰ 'ਤੇ ਸੀ ਜੋ ਫਸਟ 'ਤੇ ਆ ਗਈ ਔਰ ਜੋ ਫਸਟ 'ਤੇ ਸੀ ਉਹ ਸੈਕਿੰਡ 'ਤੇ ਚਲੀ ਗਈ। ਇਵੇਂ ਹੀ ਇਸ ਦੇ ਵਿੱਚ ਹੋਇਆ। ਸੋ ਇਹ ਕੀ ਹੈ, ਇਹਨਾਂ ਦੇ ਵਿੱਚ ਸਹਿਚਾਰਤਾ ਅਤੇ ਵੰਡਕਾਰੀ ਜੋ ਹੈ ਨਿਯਮ ਲਾਗੂ ਹੋ ਜਾਂਦਾ ਹੈ। ਲੇਕਿਨ ਜਦੋਂ ਅਪਰਿਮੇਯ ਸੰਖਿਆਵਾਂ ਦੇ ਵਿੱਚ ਕੀ ਹੈ, ਇਹਨਾਂ ਦੀ ਭਾਗ ਕਰਦੇ ਹਾਂ। ਫੋਰ ਐਗਜ਼ਾਮਪਲ 2 ਦੀ ਭਾਗ ਕਰੀਏ √3 ਨਾਲ ਔਰ ਦੂਸਰਾ ਕੀ ਰਹਿ ਗਿਆ, 2 ਦੀ ਘਟਾਓ ਕਰੀਏ √3 ਨਾਲ। ਜੇਕਰ ਇਸ ਨੂੰ ਮੈਂ ਇਸ ਤਰ੍ਹਾਂ ਲਿਖਾਂ ਔਰ ਇਸ ਨੂੰ ਮੈਂ ਇਸ ਤਰ੍ਹਾਂ ਲਿਖਾਂ ਤਾਂ ਇਹ ਇਕੁਅਲ ਹੋਣਗੇ ਦੋਨੋਂ, A ਔਰ A ਇਕੁਅਲ ਹੋਣਗੇ, ਨਹੀਂ ਹੋਣਗੇ। ਠੀਕ ਹੈ, ਔਰ ਨਾ ਹੀ ਇਹ ਹੋਣਗੇ। ਠੀਕ ਹੈ, ਇਹ ਕੀ ਆ, ਇਹਨਾਂ ਦੇ ਵਿੱਚ ਵੰਡ ਸਹਿਚਾਰਤਾ ਦਾ ਗੁਣ ਨਹੀਂ ਹੈ। ਠੀਕ ਹੈ, ਸੋ ਹੁਣ ਆਪਾਂ ਗੱਲ ਕਰ ਲਈਏ ਕਿ ਜਦੋਂ ਅਪਰਿਮੇਯ ਸੰਖਿਆਵਾਂ ਦਾ ਜੋੜ ਕਰਦੇ ਹਾਂ, ਬੇਸਿਕਲੀ ਵੈਸੇ ਐਗਜ਼ਾਮਪਲ ਤਾਂ ਦੇ ਹੀ ਚੁੱਕਿਆ ਮੈਂ। ਸੋ ਫੋਰ ਐਗਜ਼ਾਮਪਲ 2 + 3 ਕਰਨਾ ਹੈ ਤਾਂ ਇਹ ਕੀ ਆਏਗਾ, 2 + 3 ਹੀ ਲਿਖਿਆ ਜਾਏਗਾ। ਠੀਕ ਹੈ, ਇਵੇਂ ਹੀ ਜਦੋਂ ਇਹਨਾਂ ਦੀ ਮਾਈਨਸ ਕਰਨੀ ਹੈ ਤਾਂ ਕੀ ਹੋਏਗਾ, 2 - 3 ਹੀ ਲਿਖਿਆ ਜਾਏਗਾ। ਲੇਕਿਨ ਜਦੋਂ ਆਪਾਂ ਇਹਨਾਂ ਦੀ ਗੁਣਾ ਕਰਦੇ ਹਾਂ ਤਾਂ ਕੀ ਹੋਏਗਾ, ਇਸ ਤਰ੍ਹਾਂ ਲਿਖ ਸਕਦੇ ਹਾਂ ਇਸ ਨੂੰ। ਠੀਕ ਹੈ, ਔਰ ਜਦੋਂ ਇਹਨਾਂ ਦੀ ਭਾਗ ਕਰਨੀ ਹੋਏ ਤਾਂ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ, √2/3। ਇਹ ਕੀ ਹੈ, ਅਪਰਿਮੇਯ ਸੰਖਿਆਵਾਂ ਨੂੰ ਦੇ ਉੱਪਰ ਕਿਰਿਆਵਾਂ ਨੇ। ਠੀਕ ਹੈ, ਫੋਰ ਐਗਜ਼ਾਮਪਲ ਕੁਐਸਚਨ ਕਿਵੇਂ ਆਉਂਦਾ ਹੈ ਇਹਨਾਂ ਦੇ ਵਿੱਚ, ਇੱਕ ਕੁਐਸਚਨ ਮੈਂ ਲਿਖ ਰਿਹਾ 2√2 + 5√3 ਅਤੇ √2 - 3√3 ਦਾ ਜੋੜ ਕਰੋ। ਕੀ ਹੈ, ਇੱਕ ਇਸ ਦਾ ਔਰ ਇੱਕ ਇਸ ਦਾ ਜੋੜ ਕਰਨਾ ਹੈ। ਸੋ ਕਰਦੇ ਹਾਂ ਜੋੜ, ਦੇਖ ਲੈਂਦੇ ਹਾਂ ਕੀ ਹੈ ਇਸ ਦਾ ਸੋਲਿਊਸ਼ਨ। 2√2 + 2 - 3
और 3। देखो इनका भी सेम है और ये एक है, ठीक है। ये इत्थे एक लगा दीए तो कोई फर्क नहीं पैंदा। सो ये अगर आप ऐड करांगे इनदे विच तो की हो जाएगा 3√2, ठीक है। ये जो है इनका आ वाला सेम है, इनका भी आ वाला सेम है। सो अगे कितना है 3, इत्थे कितना है 5 और इत्थे सिंबल की है माइनस का। सो की आ जाएगा 2√3। ये की है इसका जोड़ होएगा। ओके, एक होर एग्जांपल लेने हैं। उनदे विच आपां गुणा करके देखते हैं दो अपरिमेय संख्यावां दी। ए टर्म दिती है, नू गुणा करना है 2√5 नाल, ठीक है। इहदे नाल की है करना है, गुणा करना है। सो गुणा करते हैं, जेकर किया तो करनी तो पेगी। ओके, इहदे विच की है, जेकर इस नू मैं इस तरह लिख ला 6 × 2 × 5 × 5 तो कोई फर्क नहीं पएगा। ओके, सो एक ही हो जाएगा 6 × 2। जेकर इस नू इस तरह लिख लिया जाए क्योंकि 2 ने, ठीक है। सो एक ही है कट देगा। सो कितना आ जाएगा, 6 नू 2 नाल करांगे तो 12 और 12 नू 5 नाल करांगे तो 60 इसका आंसर आ जाएगा। ओके, हुण आपां भाग करके भी वेख लैंदे आ एक क्वेश्चन दे विच। जेकर क्वेश्चन आए 8√15 नू भाग करना है 2√3 नाल, भाग किवें करोगे? सो भाग करके देखते हैं। 8√15 2/√3। सो जेकर मैं इस नू इस तरह लिख ला तो कोई फर्क नहीं पएगा ना। 3 × 5 क्योंकि ये 15 ही बन रहा है, ठीक है। सो इन्हां दे रूट अलग कर दिंने आपां। 3 × √5 थल्ले की है उवें रहन दिओ। ओके, जदों इनू कट्टांगे तो ये 4 आ जाएगा और √3 नाल √3 कट्टिया जाएगा, 4√5 इसका आंसर आ जाएगा। ओके, सो की कंडीशनां निकल के आई हैं हुण तुसीं नोट कर लेना। एक परिमेय संख्या, एक रैशनल नंबर ਅਤੇ एक इरैशनल नंबर संख्या का जोड़, ਜਦੋਂ इस संख्या ਨੂੰ जोड़ करते हैं घटाओ करते हैं तो की मिलेगा ਆਪਾਂ ਨੂੰ, एक इरैशनल नंबर मिलेगा। ਜਦੋਂ एक रैशनल नंबर और इरैशनल नंबर का जोड़ किया जाता है और घटाओ की जाती है तो ਆਪਾਂ ਨੂੰ एक इरैशनल नंबर प्राप्त होता है, ठीक है। ਜਦੋਂ एक इरैशनल नंबर नाल 0 ਨੂੰ ਛੱਡ ਦਈਏ, 0 नहीं लेना, 0 तो छड्ड के परिमेय संख्या मतलब रैशनल नंबर की गुणा की जाए और भाग की जाए तो आपां नूं की मिलेगा, इरैशनल नंबर मिलेगा। ओके, जदों एक इरैशनल मतलब अपरिमेय संख्या की 0 ਨੂੰ ਛੱਡ के होर बाकी कोई भी परिमेय संख्या नाल गुणा ਅਤੇ भाग की जाए तो आपां नूं एक इरैशनल नंबर प्राप्त होएगा। ये तुसीं नोट करना है, कथन ने। सो ठीक है, मैं रिपीट कर रहा। फर्स्ट कथन की है, तुसीं नोट कर लेना। एक परिमेय संख्या ਅਤੇ अपरिमेय संख्या का जोड़ ਅਤੇ घटाओ एक इरैशनल नंबर होएगा। सो दूसरी टर्म है, एक इरैशनल नंबर का 0 ਨੂੰ ਛੱਡ के बाकी सारियां रैशनल नंबर परिमेय संख्यावां का गुणनफल ਅਤੇ भागफल इरैशनल नंबर होएगा, ठीक है। तीसरी कंडीशन है, जेकर दो अपरिमेय संख्यावां दो इरैशनल नंबर नूं जोड़िए, घटाइए, गुणा करिए ਜਾਂ एक अपरिमेय संख्या नूं दूजी संख्या नाल भाग करिए तो सिट्टा की निकलेगा, आपां नूं अपरिमेय ही निकलेगा, ठीक है। ਜਦੋਂ दो अपरिमेय संख्यावां मतलब इरैशनल नंबर नूं जोड़िया जाए, घटाया जाए, गुणा किया जाए, भाग किया जाए तो आपां नूं की प्राप्त होएगा, इरैशनल नंबर ही प्राप्त होएगा। ओके, सो हुण गल करते हैं वर्गमूल की। वास्तविक संख्यावां दे वर्गमूल ये की हुंदे आ? मान लो ये एक नैचुरल नंबर है, ये की है, एक प्रकृतिक अंक है
प्राकृतिक संख्या है तो इसका ए का रूट की होएगा बी होएगा, ए का रूट की होएगा बी होएगा। और बी स्केयर किस दे इक्वल होएगा ए दे, जिथे बी की होएगा 0 तो वड्डा होएगा। ठीक है, ये स्क्रीनशॉट ले लेना या नोट कर लेना। ओके, सो ये किवें है मैं दसदा। मान लो ए की है 4 है, ए की है 4 है, 4 एक नैचुरल नंबर है। ठीक है, सो जेकर ए का स्केयर रूट मतलब ए किन्ना है 4 है, 4 का स्केयर करिए तो ये किन्ना आ जाएगा 2 आ जाएगा। ए की हो गया बी हो गया। ठीक है, सो की दिता होया बी का स्केयर, बी का स्केयर मतलब बी किन्ना आया 2 आया, 2 का स्केयर किया तो अपने कोल की आ जाएगा ए आ जाएगा। ए आपां किन्ना मन्निया सी, ए आपां मन्निया सी 4। ओके, सो बी किंदे तो वड्डा है 0 तो, बी किन्ना है 2, 2 0 तो वड्डा है ना। ओके, सो ये जो है नोट कर लेना तुसी। सो हुण आपां गल करते हैं घणमूल दी। घणमूल फॉर एग्जांपल 8 का क्यूब रूट की होएगा, 8 का क्यूब रूट की होएगा सबनों पता 2 होएगा, क्योंकि जेकर 2 नूं 3 वारी लिखिया जाए 2 इंटू 2 इंटू 2 और क्यूब रूट किया जाए, इस नूं आपां किवें लिख सकते हैं 2 का क्यूब और क्यूब रूट नाल की है क्यूब रूट कट्टिया जाएगा, सो की आएगा 2 आ जाएगा। इवें ही एक और एग्जांपल लेने आ। जेकर तुहानूं इसदा किहा जाए कि 5 है इत्थे, ठीक है, क्यूब की जगह ते, और ये किंदे इक्वल होएगा, सो आपां की करांगे इसनूं देख लांगे 3 इंटू 3 इंटू 3 इंटू 3 इंटू 3, जदों इसनूं गुणा करांगे तो अपने कोल की आ जाएगा 243 आएगा। ठीक है, सो आपां इसनूं की करांगे इस तरह लिख लांगे और 3 की पावर की करांगे 5 कर देंगे और ये की है इसनूं कट देगा, सो इसका आंसर की आएगा 3 आएगा। ओके, सो कुछ फॉर्मूले आ वो तुसी नोट करने आ। ठीक है, कॉपी ते जेकर ए अते बी अलग अलग ने और इन्हां दा स्केयर रूट होए तो इसनूं आपां इस तरह भी लिख सकते हैं ए रूट और बी रूट, मतलब दोनों का रूट की है अलग लिख सकते हैं। इसकी एग्जाम्पल देंगा मैं। ठीक है, ये फर्स्ट है। दूसरा की है वो तुसी नोट करते जाना है कॉपी ते ए और बी। जेकर ए टर्म इस तरह है तो इसनूं आपां इस तरह भी लिख सकते हैं रूट ए और रूट बी। ठीक है, अपॉन। ठीक है, ये तुसी 2 चीज़ां नोट करो। और तीसरी चीज़ है जेकर इस तरह लिखा होए रूट ए रूट बी इंटू रूट ए माइनस रूट बी, तो ये किस दे इक्वल होएगा ए माइनस बी दे। ओके, चौथा है जेकर ए बिना रूट तो है बी, ठीक है, और ए माइनस बी, ये किंदे इक्वल होएगा ए स्केयर माइनस बी दे। ठीक है, क्योंकि इत्थे की है जो रूट नहीं लग गया, जो इत्थे रूट लग गया है एवें इत्थे रूट लग गया, इत्थे की है रूट नहीं लग गया, सो इसे करके इत्थे की है ए स्केयर आ रहा। सो ये जो है तुसी नोट कर लो। 4 5वां लिख रहा मैं, जेकर रूट ए प्लस रूट बी दा स्केयर होए तो ये किंदे इक्वल होएगा ए प्लस 2 ए बी प्लस बी दे। ओके, 6वां की है ए रूट बी रूट सी प्लस रूट डी, ये किंदे इक्वल होएगा, ये होएगा रूट ए सी प्लस रूट ए डी प्लस रूट बी सी प्लस बी डी। ओके, सो ये जो आ फार्मूले तुसी याद रखने आ, बी डी है, इत्थे डी है। ओके, क्योंकि इत्थे डी लिया ना, सो डी आना जरूरी है। इत्थे ए डी है, मैं ये लास्ट वाला फिर तो लिख रहा, उहदे विच
थोड़ियां जिहियां मिसटेक हो गई। ए प्लस बी इंटू सी प्लस डी। सो ए किस दे इक्वल है? ए सी प्लस ए डी प्लस बी सी प्लस बी डी। ठीक है, ए इस दे इक्वल है क्योंकि इत्थे अगे बी लिखा गया सी और इत्थे भी की है बी लिखा गया सी। सो ये रिपीट नहीं होना चाहिए सी, इस करके की है मैं दोबारा लिख रहा। सो ये जो हुण लिखा है ये की है सही है। इस नोट कर लो, 6 फॉर्मूले आ ये तुहानू क्वेश्चन सोल्व करन दे विच की है मदद करनगे। सो किद्दां दा क्वेश्चन है? क्वेश्चन लेंदे आ एक, मान लो क्वेश्चन है 5√7, ठीक है, और दूसरा है 2 + 5। इसनू सोल्व करना है। तुसी किवें करोगे? पिछे फॉर्मूला लिखाया, की करोगे? पहला 5 नू 2 नाल मल्टीप्लाई किया तो 10 आ गया। ओके, फिर 5 नू इसी 5 नाल करिए तो अपने कोल की आ जाएगा 5√5। ठीक है, फिर बचदा है अपने कोल 7। इस नू गुणा करिए 2 नाल, 2√7, और इस नू इस नाल गुणा करिए तो की बचेगा? बनेगा अपने कोल 35 दा रूट। ठीक है, ये इसका की है सोल्यूशन है। ओके, इस दे विच होर कुछ जोड़िया नहीं जा सकता क्योंकि सब दे रूट की है अलग अलग ने। सब दे रूट इसका 35 है, इसका 7 है, इसका 5 है, इसलिए ये की है ऐड नहीं हो सकते। ठीक है, ये सिंपल मल्टीप्लाई कर सकते तुसी इसनू। सो एक होर लेने आ क्वेश्चन, जेकर 5 + √5, दूसरी है 5 - √5। इसका फॉर्मूला की है मैं पिछे लिखाया सी। की फॉर्मूला है? a प्लस √b a माइनस √b। ये किस दे इक्वल है? a² माइनस b दे। सो तुसी इन्नी लंबी चौड़ी गुणा करन नालों ये फॉर्मूला याद रखो, अदरवाइज तुहानू इस नाल की है इसनू गुणा करनी पेगी। सो इसलिए की है ये फॉर्मूला याद रखो, डायरैक्ट की है इसका आंसर आ जाएगा। ए की जगह तो की है 5 है, 5 का स्केयर करो, माइनस बी की जगह ते की है आ है। सो की करोगे? ए लिख दोगे। ठीक है, सो की आ जाएगा? इसका स्केयर करांगे तो 25 आ जाएगा, और ये की है √5। ये इसका की है आंसर होएगा। सो एक क्वेश्चन है तुहाडे लई, वो तुसी सॉल्व करके इसका आंसर कमेंट बॉक्स दे विच करना है। थर्ड क्वेश्चन है तुहाडे लई, नंबर क्वेश्चन का पा देना ताकि पता लग जाए। √3 + √7 दा स्केयर, इसका आंसर की आएगा। ओके, ये तुसी दसना है। और चौथा क्वेश्चन है, ये भी तुसी दसना है, 1/√2 एक केड़ा नंबर है? रैशनल नंबर है या इरैशनल नंबर है? मतलब परिमेज है या अपरिमेज है, ये तुसी दसना है। ठीक है, ओके, सो ये तुसी दसना है मैनू कमेंट बॉक्स दे विच करके कमेंट। सो अगे चलते हैं। एक इदां दा क्वेश्चन आ जाता है, एक एग्जाम्पल लेने आ। अगर तुहानू कह दिता जाए 1√2 दा रैशनलाइजेशन करो, रैशनलाइज करो, मतलब परमेजीकरण करो, तो तुसी किवें करोगे? की करोगे कि 1/√2 दे इक्विवेलेंट फ्रैक्शन देखोगे। सब तो पहला इक्विवेलेंट फ्रैक्शन दे लभण लई आपां की करदे हां? अंश नू अते हार नू। अंश की है 1 है और हार की है √2 है। दोवां नू इक्को जी संख्या नाल गुणा कर दिंदे आ। मान लो मैं इत्थे गुणा करती √2 नाल इनू और √2 नाल इनू। सो √2 नू की है, ये तो 1 बनता है, सो इहदे नाल की हो रही है 1 नाल गुणा हो रही है। सो मैं की करांगा कि परमेजीकरण करन लई, रैशनलाइज करन लई इक्को जी संख्या नाल उत्ते गुणा करांगा। की संख्या दित्ती है? 1/√2। सो मैं की करांगा √2 नाल उपर और √2 नाल थल्ले गुणा कर दांगा। ठीक है, सो ये की है इक्विवेलेंट फ्रैक्शन कड्ढण दी एक तरह की विधि है। √2 अपॉन √2 किस दे इक्वल है? 1 दे।
ठीक है। सो ਆਪਾਂ ਕੀ ਕਰਾਂਗੇ, ਇਹਨੂੰ ਗੁਣਾ ਕਰਾਂਗੇ ਤਾਂ ਕੀ ਇਸ ਦਾ ਆਨਸਰ ਆਏਗਾ 1 ਨੂੰ ਜਦੋਂ √2 ਨਾਲ ਗੁਣਾ ਕਰਾਂਗੇ ਤਾਂ √2 ਆ ਜਾਏਗਾ, ਥੱਲੇ ਕੀ ਆ ਜਾਏਗਾ, ਇਹ ਆ ਜਾਏਗਾ। ਸੋ ਇਸ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, ਇਹ ਕੀ ਹੈ ਕੱਟਿਆ ਜਾਏਗਾ। ਸੋ ਆਪਣੇ ਕੋਲ ਕੀ ਸੋਲਿਊਸ਼ਨ ਆਏਗਾ √2/2। ਇਹ ਕਿਸ ਦਾ ਇਕੁਈਲੈਂਟ ਫ੍ਰੈਕਸ਼ਨ ਹੈ। ਓਕੇ, ਇਹ ਕੀ ਹੈ, ਇਸ ਦੀ ਪਰਮੇਜੀਕਰਨ ਦਾ ਇੱਕ ਕਰਨ ਦਾ ਸੌਖਾ ਤਰੀਕਾ ਹੈ। ਇੱਕ ਹੋਰ ਸੰਖਿਆ ਦਾ ਪਰਮੇਜੀਕਰਨ ਕਰਦੇ ਹਾਂ, ਫਿਰ ਇੱਕ ਕੁਐਸਚਨ ਦੇਵਾਂਗਾ, ਉਹ ਤੁਸੀਂ ਉਸ ਦਾ ਸੰਖਿਆ ਦਾ ਕੀ ਹੈ ਪਰਮੇਜੀਕਰਨ ਕਰਨਾ ਹੈ। ਮੰਨ ਲਓ ਇਸ ਦਾ ਪਰਮੇਜੀਕਰਨ ਕਰਨ ਨੂੰ ਕਹਿ ਦਿੱਤਾ ਜਾਏ। ਪਰਮੇਜੀਕਰਨ ਮਤਲਬ ਰੈਸ਼ਨਲਾਈਜ਼, ਠੀਕ ਹੈ। ਸੋ ਆਪਾਂ ਕੀ ਕਰਾਂਗੇ, ਉੱਪਰ ਵੀ ਇੱਕੋ ਸੰਖਿਆ ਨਾਲ ਔਰ ਥੱਲੇ ਵੀ ਕੀ ਹੈ ਇੱਕੋ ਸੰਖਿਆ ਨਾਲ ਗੁਣਾ ਕਰ ਦਾਂਗੇ। ਸੋ ਇਹੋ ਜਿਹੀ ਕਿਹੜੀ ਸੰਖਿਆ ਨਾਲ ਗੁਣਾ ਕਰਨੀ ਚਾਹੀਦੀ ਹੈ, ਹੁਣ ਜੋ ਸੰਖਿਆ ਥੱਲੇ ਦਿੱਤੀ ਹੋਈ ਹੈ ਬਸ ਉਸ ਦਾ ਸਿੰਬਲ ਬਦਲਣਾ ਹੈ। ਜੋ ਜੇਕਰ ਇੱਥੇ ਪਲੱਸ ਦਾ ਨਿਸ਼ਾਨ ਹੈ ਤਾਂ ਇੱਥੇ ਆਪਾਂ ਕੀ ਕਰਾਂਗੇ ਮਾਈਨਸ ਦਾ ਨਿਸ਼ਾਨ ਕਰ ਦਾਂਗੇ। ਕੀ ਕਰ ਦਾਂਗੇ, ਮਾਈਨਸ ਦਾ ਨਿਸ਼ਾਨ। ਸੋ ਆਪਾਂ ਨੂੰ ਇਹ ਕਰਨ 'ਤੇ ਕੀ ਹੋਏਗਾ, ਇੱਕ ਇਕੁਈਲੈਂਟ ਫ੍ਰੈਕਸ਼ਨ ਮਿਲਦੀ ਹੈ। ਸੋ ਆਪਾਂ ਇਸ ਦਾ ਪਰਮੇਜੀਕਰਨ ਕਰ ਸਕਦੇ ਹਾਂ। ਜਦੋਂ ਆਪਾਂ ਇਸ ਦਾ ਮਲਟੀਪਲਾਈ ਕਰਦੇ ਹਾਂ, 1 ਨਾਲ ਮਲਟੀਪਲਾਈ ਕਰਨਾ ਤਾਂ ਉੱਪਰ ਤਾਂ ਸੇਮ ਹੀ ਰਹੇਗਾ, ਥੱਲੇ ਕੀ ਹੋਏਗਾ, ਜਦੋਂ 2 ਦਾ 2 ਨਾਲ ਮਲਟੀਪਲਾਈ ਕੀਤਾ, ਪਿੱਛੇ ਫਾਰਮੂਲਾ ਪੜ੍ਹਿਆ ਨਾ, a + b √* a - b √, ਇਹ ਕਿਹਦੇ ਇਕੁਅਲ ਹੁੰਦਾ a √- b ਦੇ। ਸੋ a ਦਾ ਸਕੇਅਰ -b ਦੇ, a ਦਾ ਸਕੇਅਰ a ਦਾ ਸਕੇਅਰ ਕੀ ਆ ਜਾਏਗਾ 4 ਆ ਜਾਏਗਾ, ਔਰ b ਕਿੰਨਾ 3 √, ਠੀਕ ਹੈ। ਸੋ ਇਹ ਕੀ ਹੈ, ਸੌਰੀ ਸਕੇਅਰ ਰੂਟ ਕੀ ਹੈ ਕੱਟਿਆ ਜਾਏਗਾ, ਇਸ ਲਈ ਸਿਰਫ ਕੀ ਹੈ 3 ਆਏਗਾ। ਓਕੇ, ਕੀ ਹੈ ਸਿਰਫ 3 ਆਏਗਾ। ਨਹੀਂ ਇੱਕ ਮਿੰਟ ਵੇਟ, ਸਕੇਅਰ ਰੂਟ ਆਏਗਾ ਕਿਉਂਕਿ b ਦੀ ਆਪਾਂ ਵੈਲਿਊ ਉਵੇਂ ਹੀ ਲੈਣੀ ਹੈ। ਸੋ ਇਹ ਕੀ ਹੈ 4 - 3 ਆਏਗਾ, ਕਿਉਂਕਿ a² - b ਹੈ ਨਾ, ਸਕੇਅਰ ਰੂਟ ਕੱਟਿਆ ਨਹੀਂ ਜਾਏਗਾ ਕਿਉਂਕਿ ਫਾਰਮੂਲੇ ਦੇ ਅਕੋਰਡਿੰਗ ਹੀ ਆਪਾਂ ਲਿਖਣਾ ਹੈ। ਸੋ ਕੀ ਇਸ ਦਾ ਆਨਸਰ ਆ ਜਾਏਗਾ 2 √3। ਕਿਵੇਂ ਇਸ ਦਾ ਆਨਸਰ ਆਇਆ 2 √3, ਜੇਕਰ ਇਸ ਨੂੰ ਇਸ ਤਰ੍ਹਾਂ ਲਿਖਿਆ ਜਾਏ, ਉੱਪਰ ਤਾਂ a ਹੈ ਨਾ, ਜੇਕਰ ਇਸ ਨੂੰ ਮੈਂ ਇਸ ਤਰ੍ਹਾਂ ਲਿਖਦਾ, ਇਹ ਕਿਹਦੇ ਇਕੁਅਲ ਹੋਏਗਾ, ਇਸ ਦੇ ਇਕੁਅਲ ਹੋਏਗਾ 4 - 3 ਦੇ। ਸੋ ਕੀ ਇਸ ਦਾ ਆਨਸਰ ਆ ਜਾਏਗਾ, ਇਹ ਪਰਮੇਜੀਕਰਨ ਹੈ। ਓਕੇ, ਸੋ ਇੱਕ ਕੁਐਸਚਨ ਤੁਸੀਂ ਸੋਲਵ ਕਰਨਾ ਹੈ। ਪਿਛਲੇ ਕੁਐਸਚਨ ਦੇ ਵਿੱਚ ਕਾਫੀ ਸਾਰਾ ਗੁੰਝਲਦਾਰ ਹੋ ਗਿਆ। ਇੱਕ ਐਗਜ਼ਾਮਪਲ ਹੋਰ ਲੈਂਦੇ ਹਾਂ ਕਿਉਂਕਿ ਤੁਹਾਨੂੰ ਉਹਦੇ ਵਿੱਚ ਕਲੈਰੀਫਿਕੇਸ਼ਨ ਨਹੀਂ ਹੋਇਆ ਹੋਵੇਗਾ। ਇੱਕ ਸੰਖਿਆ ਦਾ ਹੋਰ ਮੈਂ ਪਰਮੇਜੀਕਰਨ ਕਰ ਦਿੰਦਾ ਇਸੇ ਕਰਕੇ, ਕਿਉਂਕਿ ਪਿਛਲਾ ਕੁਐਸਚਨ ਦੇ ਵਿੱਚ ਥੋੜ੍ਹੀ ਜਿਹੀ ਗੁੰਝਲਦਾਰ ਹੋ ਗਿਆ ਕੰਮ। ਸੋ ਇੱਕ ਕੁਐਸਚਨ ਲੈਂਦੇ ਹਾਂ ਤਾਂ ਕਿ ਤੁਹਾਨੂੰ ਇਹ ਹੋਰ ਕਲੀਅਰ ਹੋ ਜਾਏ। ਜੇਕਰ ਇਸ ਦਾ ਪਰਮੇਜੀਕਰਨ ਕਰਨ ਨੂੰ ਕਹਿ ਦਿੱਤਾ ਜਾਏ ਤਾਂ ਆਪਾਂ ਕੀ ਕਰਾਂਗੇ, ਸਿਰਫ ਸਿੰਬਲ ਬਦਲਾਂਗੇ। ਸਿੰਬਲ ਇੱਥੇ ਮਾਈਨਸ ਦਾ, ਕੀ ਕਰਾਂਗੇ ਸੇਮ ਟਰਮ ਨੂੰ ਥੱਲੇ ਜੋ ਟਰਮ ਦਿੱਤੀ ਹੈ क्या हो रहा है वेट, ਕੀ ਕਰਾਂਗੇ ਥੱਲੇ ਜੋ ਟਰਮ ਦਿੱਤੀ ਹੈ ਉਸ ਦੇ ਸਿਰਫ ਸਿੰਬਲ ਨੂੰ ਬਦਲਣਾ ਹੈ। ਥੱਲੇ ਕੀ ਹੈ ਮਾਈਨਸ ਦਾ ਸਿੰਬਲ ਹੈ। ਸੋ ਆਪਾਂ ਕੀ ਕਰਾਂਗੇ ਗੁਣਾ ਕਰਾਂਗੇ ਉੱਪਰ ਪਲੱਸ ਨਾਲ। ਕਿਹਦੇ ਨਾਲ ਗੁਣਾ ਕਰਾਂਗੇ ਪਲੱਸ ਨਾਲ। ਇਵੇਂ ਹੀ ਥੱਲੇ ਵੀ ਗੁਣਾ ਕਿਹਦੇ ਨਾਲ ਕਰਾਂਗੇ ਪਲੱਸ ਦੇ ਨਾਲ, ਠੀਕ ਹੈ। ਥੱਲੇ ਗੁਣਾ ਕਿਹਦੇ ਨਾਲ ਕਰਾਂਗੇ ਪਲੱਸ ਦੇ ਨਾਲ। ਸੋ ਪਿੱਛੇ ਫਾਰਮੂਲਾ ਪੜ੍ਹਿਆ ਆਪਾਂ ਕਿ ਜਦੋਂ a ਦਾ ਰੂਟ ਪਲੱਸ b ਦਾ ਰੂਟ ਔਰ ਇੰਟੂ a ਦਾ ਰੂਟ ਮਾਈਨਸ b ਦਾ ਰੂਟ ਹੋਏ ਤਾਂ ਇਹ ਕਿਹਦੇ ਇਕੁਅਲ ਹੋਏਗਾ a - b ਦੇ, ਕਿਉਂਕਿ ਇੱਥੇ ਮਾਈਨਸ ਵਾਲਾ ਆ ਰਿਹਾ ਨਾ ਨਿਸ਼ਾਨ, ਇੱਥੇ ਕੀ ਹੈ ਮਾਈਨਸ ਵਾਲਾ ਨਿਸ਼ਾਨ ਆ ਰਿਹਾ। ਸੋ ਇਹ ਕੀ ਹੈ ਆਹ ਵਾਲੀ ਟਰਮ ਹੈ ਔਰ ਇੱਥੇ ਪਲੱਸ ਵਾਲਾ ਆ ਰਿਹਾ ਤਾਂ ਇਹ ਆਹ ਵਾਲੀ ਟਰਮ ਹੈ, ਠੀਕ ਹੈ। ਸੋ ਇਹ ਕਿਹਦੇ ਇਕੁਅਲ ਹੈ a - b ਦੇ। ਸੋ ਆਪਾਂ ਇਸ ਤੋਂ ਸੋਲਿਊਸ਼ਨ ਕੀ ਕਰਾਂਗੇ ਹੁਣ,
ਇਸ ਦਾ ਕੀ ਸੋਲਿਊਸ਼ਨ ਆਏਗਾ ਜਦੋਂ ਇਸ ਨੂੰ ਸੋਲਵ ਕਰਦੇ ਹਾਂ? ਤਾਂ ਉੱਪਰ ਕੀ ਬਣ ਜਾਏਗਾ, ਮੈਂ ਫੇਰ ਤੋਂ ਲਿਖ ਰਿਹਾ, ਜਦੋਂ ਇਸ ਨੂੰ ਆਪਾਂ ਇਸ ਨਾਲ ਮਲਟੀਪਲਾਈ ਕਰਾਂਗੇ, ਇਹ 5 ਹੈ, ਠੀਕ ਹੈ। ਸੋ ਕੀ ਆਏਗਾ ਉੱਪਰ? 5 × 3 + 5। ਮਲਟੀਪਲਾਈ ਨਾ ਕਰੋ ਇੱਕ ਵਾਰੀ, ਐਵੇਂ ਹੀ ਰਹਿਣ ਦਿਓ। ਥੱਲੇ ਕੀ ਆਏਗਾ? ਫਾਰਮੂਲੇ ਦੇ ਅਕੋਰਡਿੰਗ 3 - 5। ਸੋ ਥੱਲੇ ਕੀ ਆ ਗਿਆ? 3 - 5। ਸੋ ਸੋਲਵ ਕਰਨ ਤੇ ਇੱਥੇ ਕੀ ਆ ਜਾਏਗਾ? -2, ਔਰ ਉੱਪਰ ਵਾਲਾ ਕੀ ਆ ਜਾਏਗਾ? ਠੀਕ ਹੈ, ਇਹ ਇਸ ਦਾ ਕੀ ਹੋਏਗਾ? ਪਰਮੇਜੀਕਰਨ ਹੋਏਗਾ। ਇਹ ਇਸ ਦਾ ਕੀ ਹੋਏਗਾ? ਪਰਮੇਜੀਕਰਨ ਹੋਏਗਾ। ਹੁਣ ਤੁਹਾਡੇ ਲਈ 5ਵਾਂ ਕੁਐਸਚਨ ਹੈ, ਇਹ ਤੁਸੀਂ ਦੱਸਣਾ ਹੈ ਇਸ ਦਾ ਪਰਮੇਜੀਕਰਨ ਕਰਕੇ ਕਿ ਇਸ ਦਾ ਪਰਮੇਜੀਕਰਨ ਕੀ ਹੋਏਗਾ। ਇਹ ਤੁਹਾਡੇ ਲਈ ਕੁਐਸਚਨ ਹੈ, ਇਸ ਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਇਸ ਦਾ ਪਰਮੇਜੀਕਰਨ ਕੀ ਹੋਏਗਾ। ਸੋ ਹੁਣ ਆਪਾਂ ਗੱਲ ਕਰਦੇ ਹਾਂ laws of exponent, मतलब ਘਾਤ ਅੰਕਾਂ ਦੇ ਨਿਯਮ। ਘਾਤ ਅੰਕਾਂ ਦੇ ਨਿਯਮ। ਘਾਤ ਅੰਕਾਂ ਮਤਲਬ ਪਾਵਰ ਦੇ ਨਿਯਮ। ਇਸ ਦੇ ਪਾਵਰ ਦੇ ਨਿਯਮ ਕਿਹੜੇ ਕਿਹੜੇ ਆ ਉਹ ਨੋਟ ਕਰਨੇ ਆ ਤੁਸੀਂ ਸਭ ਨੇ। ਮੈਂ ਲਿਖ ਰਿਹਾ a ਦੀ ਪਾਵਰ m ਇੰਟੂ a ਦੀ ਪਾਵਰ n ਇਜ਼ ਇਕੁਅਲ ਟੂ a ਦੀ ਪਾਵਰ m ਪਲੱਸ n ਹੋ ਜਾਏਗੀ। ਫੋਰ ਐਗਜ਼ਾਮਪਲ ਕਿਵੇਂ ਹੋਏਗੀ? ਜੇਕਰ 17 ਦੀ ਪਾਵਰ 2 ਦਿੱਤੀ ਹੋਏ ਇੰਟੂ 17 ਦੀ ਪਾਵਰ 5 ਦਿੱਤੀ ਹੋਏ ਤਾਂ ਆਪਾਂ ਕੀ ਕਰਾਂਗੇ? 17 ਦੀ ਪਾਵਰ 2 ਪਲੱਸ 5 ਕਰ ਦਾਂਗੇ ਤਾਂ ਇਹ ਕਿੰਦੇ ਇਕੁਅਲ ਹੋ ਜਾਏਗਾ? 17 ਦੀ ਪਾਵਰ 7 ਦੇ। ਠੀਕ ਹੈ, ਕਿਵੇਂ ਇਹ 17 ਦੀ ਪਾਵਰ 7 ਹੋਇਆ? ਕਿਉਂਕਿ a ਦੀ ਪਾਵਰ m ਔਰ a ਦੀ ਪਾਵਰ n ਜਦੋਂ ਹੋਏਗੀ ਕੀ ਹੈ? ਬੇਸ ਸੇਮ ਹੈ, ਸਿਰਫ ਪਾਵਰਾਂ ਕੀ ਹੈ? ਅਲੱਗ-ਅਲੱਗ ਨੇ, ਤਾਂ ਬੇਸ ਉਹੀ ਰਹੇਗਾ, ਪਾਵਰਾਂ ਕੀ ਹੋ ਜਾਣਗੀਆਂ? ਐਡ ਹੋ ਜਾਣਗੀਆਂ। ਐਵੇਂ ਇੱਥੇ ਹੋ ਰਿਹਾ, 17 ਕੀ ਹੈ? ਬੇਸ ਹੈ, ਉਹਦੀਆਂ ਪਾਵਰਾਂ ਕੀ ਨੇ? ਐਡ ਹੋ ਰਹੀਆਂ। ਸੋ ਇਹ ਕੀ ਹੋ ਜਾਏਗਾ? 7 ਹੋ ਜਾਏਗਾ। ਫਸਟ ਇਹ ਫਾਰਮੂਲਾ ਹੈ, ਇਸ ਨੂੰ ਯਾਦ ਰੱਖਣਾ। ਸੈਕਿੰਡ ਲਿਖ ਰਿਹਾ, ਜੇਕਰ a ਦੀ ਪਾਵਰ m ਔਰ ਪਾਵਰ ਬ੍ਰੈਕਟ ਦੇ ਕਲੋਜ਼ ਕਰਕੇ n ਦਿੱਤੀ ਹੋਏ ਤਾਂ ਇਹ ਕਿੰਦੇ ਇਕੁਅਲ ਹੋਏਗੀ? a ਦੀ ਪਾਵਰ m ਇੰਟੂ n ਦੇ। ਮਤਲਬ ਪਾਵਰਾਂ ਜੋ ਹੋਣਗੀਆਂ ਉਹ ਮਲਟੀਪਲਾਈ ਹੋ ਜਾਣਗੀਆਂ। ਫੋਰ ਐਗਜ਼ਾਮਪਲ ਜੇਕਰ 5 ਦੀ ਪਾਵਰ 2 ਦਿੱਤੀ ਹੋਏ ਔਰ ਉੱਪਰ ਲਿਖਿਆ ਹੋਏ 7 ਬ੍ਰੈਕਟ ਤੋਂ ਬਾਅਦ, ਤਾਂ ਆਪਾਂ ਕੀ ਕਰਾਂਗੇ? 5 ਦੀ ਪਾਵਰ 2 ਇੰਟੂ 7 ਕਰ ਦਾਂਗੇ ਤਾਂ ਕੀ ਆ ਜਾਏਗਾ? 5 ਦੀ ਪਾਵਰ 14। ਓਕੇ, ਇਹ ਇਸ ਦਾ ਦੂਸਰਾ ਫਾਰਮੂਲਾ ਹੈ। ਠੀਕ ਹੈ, ਸੋ ਤੀਸਰਾ ਹੈ ਕੀ ਹੈ? ਜੇਕਰ a ਦੀ ਪਾਵਰ m ਔਰ ਅਪੋਨ ਹੋਏ a ਦੀ ਪਾਵਰ n ਤਾਂ ਕਿੰਦੇ ਇਕੁਅਲ ਹੋਏਗੀ? a ਦੀ ਪਾਵਰ m ਮਾਈਨਸ n। ਇੱਕ ਕੰਡੀਸ਼ਨ ਹੈ ਇੱਥੇ, m ਜੋ ਹੈ ਵੱਡਾ ਹੋਣਾ ਚਾਹੀਦਾ ਹੈ n ਤੋਂ। ਫੋਰ ਐਗਜ਼ਾਮਪਲ ਬੇਸ ਸੇਮ ਹੋਣਾ ਚਾਹੀਦਾ ਹੈ, ਇਹ ਫਾਰਮੂਲਾ ਤਾਂ ਯੂਜ਼ ਕਰੇਗਾ। ਠੀਕ ਹੈ, ਬੇਸ ਮਤਲਬ ਜੋ ਜਿਸ ਦੀ ਪਾਵਰ ਲਿਖੀ ਜਾ ਰਹੀ ਹੈ ਉਹ ਸੇਮ ਹੋਣਾ ਚਾਹੀਦਾ ਨੰਬਰ। ਫੋਰ ਐਗਜ਼ਾਮਪਲ 14 ਦੀ ਪਾਵਰ 10 ਅਪੋਨ 14 ਦੀ ਪਾਵਰ 7। ਸੋ ਇਹ ਕੀ ਹੈ? ਬੇਸ ਕੀ ਹੈ ਇੱਥੇ? ਸੇਮ ਹੈ, ਨੰਬਰ ਜੋ ਹੈ ਸੇਮ ਹੈ, ਪਾਵਰਾਂ ਕੀ ਹੈ? ਅਲੱਗ-ਅਲੱਗ ਨੇ। ਇਹ m ਹੈ ਔਰ ਇਹ ਕੀ ਹੈ? n ਹੈ। ਠੀਕ ਹੈ, ਇਹ ਕੀ ਹੋ ਜਾਏਗਾ? 14 ਇਸ ਦੇ ਅਕੋਰਡਿੰਗ m ਮਾਈਨਸ n। m ਕਿੰਨਾ? 14 ਦੀ ਪਾਵਰ 10 ਮਾਈਨਸ 7। ਸੋ ਕਿੰਨਾ ਆ ਜਾਏਗਾ? 14 ਦੀ ਪਾਵਰ 3। ਇਸ ਦਾ ਆਨਸਰ ਹੋਏਗਾ। ਫੋਰਥ ਹੈ ਇਹਦੇ ਵਿੱਚ a ਦੀ ਪਾਵਰ m ਇੰਟੂ b ਦੀ ਪਾਵਰ m। ਕੀ ਹੈ? ਬੇਸ ਅਲੱਗ-ਅਲੱਗ ਨੇ ਲੇਕਿਨ ਪਾਵਰਾਂ ਕੀ ਨੇ? ਸੇਮ ਨੇ। ਠੀਕ ਹੈ, ਸੋ ਇਸ ਦਾ ਕੀ ਹੋਏਗਾ? a ਇੰਟੂ b ਦੀ ਪਾਵਰ m ਕਰ ਦਾਂਗੇ ਆਪਾਂ, ਇਹ ਇਸ ਦਾ ਸੋਲਿਊਸ਼ਨ ਹੋ ਜਾਏਗਾ। ਫੋਰ ਐਗਜ਼ਾਮਪਲ 6 ਦੀ ਪਾਵਰ 3 ਦਿੱਤੀ ਹੈ ਪਲੱਸ 5 ਦੀ ਪਾਵਰ ਇੰਟੂ 5 ਦੀ ਪਾਵਰ ਕੀ ਹੈ? 3 ਦਿੱਤੀ ਹੈ। ਸੋ ਕੀ ਹੈ ਇਹਦੇ ਵਿੱਚ? ਇਹ a ਹੈ ਔਰ ਇਹ ਕੀ ਹੈ? b ਹੈ। ਔਰ m ਦਾ ਮਤਲਬ ਸੇਮ ਹੈ, ਇੱਥੇ ਵੀ m ਹੈ, ਇੱਥੇ ਵੀ m ਹੈ, ਮਤਲਬ ਪਾਵਰਾਂ ਕੀ ਨੇ? ਸੇਮ ਨੇ।
ਸੋ ਆਪਾਂ ਕੀ ਕਰਾਂਗੇ, a ਇੰਟੂ b ਕਰ ਦਾਂਗੇ। 6 ਨੂੰ 5 ਨਾਲ ਮਲਟੀਪਲਾਈ ਕਰਾਂਗੇ ਤਾਂ 30 ਆ ਜਾਏਗਾ, ਔਰ 30 ਦੀ ਪਾਵਰ 3। ਇਹ ਕੀ ਹੈ, ਇਸ ਦਾ ਸੋਲਿਊਸ਼ਨ ਹੈ। ਓਕੇ, ਸੋ ਇੱਕ ਚੀਜ਼ ਹੋਰ ਹੈ, a ਦੀ ਪਾਵਰ 0 ਹੋਏਗੀ ਤਾਂ ਇਸ ਦਾ ਆਨਸਰ 1 ਹੋਏਗਾ। ਮੰਨ ਲਓ 10 ਦੀ ਪਾਵਰ 0 ਲਿਖੀ ਹੈ ਤਾਂ a ਇਕੁਅਲ 1 ਦੇ ਹੋਏਗੀ। 9 ਦੀ ਪਾਵਰ 0 ਹੈ ਤਾਂ 1 ਹੋਏਗਾ। ਓਕੇ, ਸੋ ਇੱਕ ਚੀਜ਼ ਹੋਰ ਹੈ, ਜੇਕਰ 1 ਬਾਏ a ਦੀ ਪਾਵਰ n ਹੋਏ ਤਾਂ ਇਹ ਕਿਸ ਦੇ ਇਕੁਅਲ ਹੋਏਗਾ, a ਦੀ ਪਾਵਰ -1 ਮਾਈਨਸ n। ਠੀਕ ਹੈ, ਸੋ ਫੋਰ ਐਗਜ਼ਾਮਪਲ 1 ਬਾਏ 17 ਦੀ ਪਾਵਰ 7 ਤਾਂ ਇਹ ਕਿਸ ਦੇ ਇਕੁਅਲ ਹੋਏਗਾ, 17 ਦੀ ਪਾਵਰ -7 ਦੇ। ਠੀਕ ਹੈ, ਸੋ ਇਹ ਕੰਡੀਸ਼ਨਾਂ ਨੇ, ਇਹ ਤੁਸੀਂ ਯਾਦ ਕਰਨੀਆਂ ਨੇ। ਓਕੇ, ਇੱਕ ਕੁਐਸਚਨ ਹੈ ਉਸ ਨੂੰ ਫੋਲੋ ਕਰ ਲੈਂਦੇ ਆ ਇਹਨਾਂ ਦੇ ਵਿੱਚ। ਫੋਰ ਐਗਜ਼ਾਮਪਲ 2 ਦੀ ਪਾਵਰ 1 ਬਾਏ 3 ਹੋਏ ਔਰ ਮਲਟੀਪਲਾਈ ਹੋਏ 2 ਦੀ ਪਾਵਰ 2 ਬਾਏ 3। ਇਹ ਇਹਦੇ ਵਿੱਚ ਕੀ ਰੂਲ ਫੋਲੋ ਹੋ ਰਿਹਾ, ਬੇਸ ਸੇਮ ਹੈ ਕਿਉਂਕਿ 2 ਲਿਖਿਆ ਦੋਨਾਂ ਦੇ ਵਿੱਚ, 2 ਦੀ ਪਾਵਰ m ਇੰਟੂ n। ਇਹ ਕਿਸ ਦੇ ਇਕੁਅਲ ਹੈ, m ਪਲੱਸ n ਦੇ। ਠੀਕ ਹੈ, ਸੋ ਆਪਾਂ ਕੀ ਕਰਾਂਗੇ, ਬੇਸ ਸੇਮ ਹੈ, 2 ਹੈ, ਪਾਵਰਾਂ ਨੂੰ ਕੀ ਕਰਾਂਗੇ, ਐਡ ਕਰ ਦਾਂਗੇ, ਐਲਸੀਐਮ ਸੇਮ ਹੈ। ਓਕੇ, ਸੋ 3 ਆ ਜਾਏਗਾ, ਉੱਪਰ ਵੀ ਕਿੰਨਾ 3, ਮਤਲਬ ਇਸ ਦੀ ਪਾਵਰ 1 ਹੋ ਗਈ। ਓਕੇ, ਇਹਦਾ ਆਨਸਰ ਕੀ ਆ ਜਾਏਗਾ, 2। ਠੀਕ ਹੈ, ਇਵੇਂ ਇੱਕ ਕੁਐਸਚਨ ਹੈ ਉਹ ਤੁਸੀਂ ਕਰਨਾ ਜੋ ਫਾਰਮੂਲੇ ਤੁਹਾਨੂੰ ਲਿਖਾਏ ਆ। ਫੋਰ ਐਗਜ਼ਾਮਪਲ ਇਹ 6ਵਾਂ ਕੁਐਸਚਨ ਹੈ ਤੁਹਾਡੇ ਲਈ, 13 ਦੀ ਪਾਵਰ 1 ਬਾਏ 5 ਇੰਟੂ 17 ਦੀ ਪਾਵਰ 1 ਬਾਏ 5। ਇਸ ਦਾ ਆਨਸਰ ਕੀ ਹੋਏਗਾ ਦੱਸਣਾ ਤੁਸੀਂ ਕਮੈਂਟ ਬਾਕਸ ਦੇ ਵਿੱਚ, ਕੁਐਸਚਨ ਨੰਬਰ ਪਾਣਾ ਤਾਂ ਕਿ ਪਤਾ ਲੱਗ ਜਾਏ ਕਿ ਕਿਸ ਦਾ ਆਨਸਰ ਤੁਸੀਂ ਕਰ ਰਹੇ ਹੋ। ਓਕੇ, ਸੋ ਇੱਕ ਹੋਰ ਚੀਜ਼ ਹੈ, ਜੇਕਰ a ਰੂਟ n ਦਿੱਤਾ ਹੋਏ ਤਾਂ ਕਿਸ ਦੇ ਇਕੁਅਲ ਹੈ, a ਦੀ ਪਾਵਰ 1 ਮਾਈਨਸ n ਦੇ। ਠੀਕ ਹੈ, ਫੋਰ ਐਗਜ਼ਾਮਪਲ ਰੂਟ 2 ਦੀ ਪਾਵਰ 3 ਦਿੱਤੀ ਹੋਏ ਤਾਂ ਇਹ ਕਿਸ ਦੇ ਇਕੁਅਲ ਹੈ, 2 ਦੀ ਪਾਵਰ 1 ਬਾਏ 3 ਦੇ। ਓਕੇ, ਜੋ ਵੀ ਇੱਥੇ ਨੰਬਰ ਹੋਏਗਾ ਉਹ 1 ਬਾਏ 3 ਦੇ ਵਿੱਚ ਕੀ ਹੈ, 1 ਬਾਏ n ਦੇ ਵਿੱਚ ਆ ਜਾਏਗਾ। ਓਕੇ, ਸੋ 7ਵਾਂ ਕੁਐਸਚਨ ਹੈ ਤੁਹਾਡੇ ਲਈ, ਇਸ ਦਾ ਆਨਸਰ ਵੀ ਤੁਸੀਂ ਕੀ ਹੈ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ। ਜੇਕਰ 4 ਦੀ ਪਾਵਰ 3 ਬਾਏ 2 ਹੋਏ ਤਾਂ ਇਹ ਕਿਸ ਦੇ ਇਕੁਅਲ ਹੋਏਗਾ, ਇਹ ਮੈਂ ਸੋਲਵ ਕਰ ਹੀ ਦਿੰਦਾ, ਤੁਸੀਂ ਸੋਲਵ ਨਾ ਕਰਿਓ। 7ਵਾਂ ਤੁਹਾਡੇ ਲਈ ਹੋਰ ਕੁਐਸਚਨ ਦਿੰਦੇ ਆ। ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਦੋ ਤਰੀਕੇ ਨਾਲ ਲਿਖ ਸਕਦੇ ਹਾਂ। 1/2 ਦੋ ਤਰੀਕੇ ਨਾਲ ਹੱਲ ਕਰ ਸਕਦੇ ਹਾਂ। ਫਸਟ ਸਟੈਪ ਹੈ, ਇਸ ਨੂੰ ਜੇਕਰ ਇਸ ਤਰ੍ਹਾਂ ਲਿਖਿਆ ਜਾਏ, ਕੋਈ ਦਿੱਕਤ ਨਹੀਂ ਹੈ ਨਾ। ਜੇਕਰ ਪਿੱਛੇ ਹੀ ਆਪਾਂ ਫਾਰਮੂਲਾ ਪੜ੍ਹਿਆ, ਕਿਹੜਾ ਫਾਰਮੂਲਾ ਸੀ, a ਦੀ ਪਾਵਰ m ਔਰ a ਦੀ n ਦੇ ਉੱਪਰ ਬ੍ਰੈਕਟ ਕਰਕੇ n, ਇਹ ਕਿਹਦੇ ਇਕੁਅਲ ਹੁੰਦਾ ਹੈ, m ਔਰ n ਦੇ। ਜੇਕਰ ਮੈਂ ਇਸ ਨੂੰ ਤੋੜ ਕੇ ਇਸ ਤਰ੍ਹਾਂ ਲਿਖਤਾ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਹੈ, ਕਿਉਂਕਿ ਜਦੋਂ ਆਪਾਂ ਇਸ ਨੂੰ ਸੋਲੂਸ਼ਨ ਕਰਕੇ ਦੇਖਦੇ ਹਾਂ ਤਾਂ ਕੀ ਹੋਏਗਾ, 1/2 ਇੰਟੂ 3 ਤਾਂ ਇਹ ਕੀ ਆ ਜਾਏਗਾ, 3/2 ਹੀ ਆਏਗਾ ਨਾ। ਤੁਸੀਂ ਕਰਕੇ ਦੇਖ ਲਓ, 1/2 ਇੰਟੂ 3 3/2 ਹੀ ਆਏਗਾ। ਓਕੇ, ਸੋ ਇਸ ਨੂੰ ਇਸ ਤਰ੍ਹਾਂ ਆਪਾਂ ਤੋੜ ਕੇ ਲਿਖ ਸਕਦੇ ਹਾਂ। ਸੋ ਸੋਲਵ ਕਰਦਾ ਮੈਂ ਅੱਗੇ। ਠੀਕ ਹੈ, 1/2 ਇਹ ਕਿਸ ਦੇ ਇਕੁਅਲ ਹੈ, ਇਹ 2 ਦੇ ਇਕੁਅਲ ਹੋਏਗਾ, ਕਿਉਂਕਿ ਹਾਫ ਪਾਵਰ ਹੈ ਤਾਂ 4 ਦੀ ਹਾਫ ਪਾਵਰ ਕਰਨ 'ਤੇ 2 ਆ ਜਾਏਗਾ, ਮਤਲਬ ਸਕੇਅਰ ਰੂਟ ਹੀ ਹੈ, 4 ਦਾ ਸਕੇਅਰ ਰੂਟ ਸਮਝ ਲਓ। ਠੀਕ ਹੈ, ਉਸ ਦੀ ਪਾਵਰ 3 ਹੈ, ਇਸ ਦਾ ਆਨਸਰ 8 ਆ ਜਾਏਗਾ। ਦੂਜਾ ਤਰੀਕਾ ਕੀ ਹੈ ਇਸ ਨੂੰ ਸੋਲਵ ਕਰਨ ਦਾ, 4 ਦੀ ਪਾਵਰ 3/2 ਨੂੰ, ਇਸ ਨੂੰ ਆਪਾਂ ਜਾਂ ਤਾਂ ਇਸ ਤਰ੍ਹਾਂ ਲਿਖ ਲਈਏ, ਬਾਹਰ 1/2 ਕਰ ਦਈਏ। ਸੋ ਕੀ ਹੋਏਗਾ, 4 ਦੀ ਪਾਵਰ 3 ਕਰਾਂਗੇ ਤਾਂ 64 ਆ ਜਾਏਗਾ, ਔਰ ਇਸ ਦਾ 1/2 ਕਰਾਂਗੇ ਤਾਂ ਕੀ ਆ ਜਾਏਗਾ, 8। 64 ਦਾ ਕਿਉਂਕਿ ਸਕੇਅਰ ਰੂਟ ਕੀ ਹੁੰਦਾ ਸਭ ਨੂੰ ਪਤਾ ਹੈ, 8 ਦੇ ਸਕੇਅਰ 'ਤੇ ਜਾਂਦਾ, ਇਹ ਕੱਟ ਦੇਗਾ ਤਾਂ 8 ਆ ਜਾਏਗਾ। ਓਕੇ, ਸੋ ਇੱਕ ਚੀਜ਼ ਹੋਰ ਨੋਟ ਕਰ ਲਓ, ਇਹਦੇ ਵਿੱਚ ਹੀ ਹੈ, ਜੇਕਰ a ਦੀ ਪਾਵਰ m/n ਹੋਏ, m/n ਹੋਏ ਤਾਂ ਉਹ ਕਿਸ ਦੇ ਇਕੁਅਲ ਹੋਏਗੀ, n a ਦੀ ਪਾਵਰ m।
ਇਹ ਲਗਾ ਕੇ ਟ੍ਰਿਕ ਮੈਂ ਕੀ ਹੈ ਪਿਛਲਾ ਕੁਐਸਚਨ ਸੋਲਵ ਕੀਤਾ। ਠੀਕ ਹੈ, ਇਹ ਕਿਸ ਦੇ ਇਕੁਅਲ ਹੋਏਗੀ, ਇਸ ਦੇ। ਓਕੇ, ਕੀ ਕੀਤਾ ਸੀ, 4 ਦੀ ਪਾਵਰ ਆਪਾਂ ਲੈ ਲਈ ਸੀ 3 ਔਰ 1/2। ਓਕੇ, ਇਸ ਨੂੰ ਤੋੜ ਕੇ ਹੀ ਲਿਖਿਆ ਸੀ ਨਾ। ਸੋ ਇਸ ਦੇ ਨਾਲ ਕੀ ਹੈ, ਸੋਲਿਊਸ਼ਨ ਕਰਨ 'ਤੇ ਇਹ ਕੁਐਸਚਨ ਸੋਲਵ ਹੋ ਜਾਂਦਾ। ਓਕੇ, ਇੱਕ ਤੁਹਾਡੇ ਲਈ ਕੁਐਸਚਨ ਹੈ, ਉਹ ਤੁਸੀਂ ਸੋਲਵ ਕਰਨਾ ਹੈ। 7ਵਾਂ ਕੁਐਸਚਨ ਹੈ। ਠੀਕ ਹੈ, ਜੇਕਰ 2 ਦੀ ਪਾਵਰ 2/3 ਹੋਏ ਇੰਟੂ 2 ਦੀ ਪਾਵਰ 1/3 ਹੋਏ ਤਾਂ ਇਸ ਦਾ ਆਨਸਰ ਕੀ ਹੋਏਗਾ। ਇਹ ਤੁਸੀਂ ਸੋਲਵ ਕਰਕੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਸੋ ਜੋ ਹੈ ਨੰਬਰ ਸਿਸਟਮ ਕੰਪਲੀਟ ਹੋ ਚੁੱਕਿਆ ਹੈ। ਇਸ ਤੋਂ ਬਾਅਦ ਨੈਕਸਟ ਚੈਪਟਰ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰਿਓ ਔਰ ਆਪਣੇ ਰਿਵਿਊ ਜੋ ਹੈ ਦੇਣਾ ਨਾ ਭੁੱਲਿਓ।